दखणे महला पंजवा। दखने छंद दी चाल विच पंजवें पातशाह सतगुरु अर्जन देव साहब जी ये पवित्र पावन सतवां श्लोक उचारण कर रहे हैं। आगाह कू त्राग। हे भाई तू पिछा भौंके ना वेख, अगे दा ख्याल रख, अगे परमार्थ दे रस्ते नूं चाहना कर। इस प्रकार आगाह कू त्राग। वाहिगुरु दी तरफ हे गुरमुख अपनी त्रांग खिच कर अते पिछा फिरना मोहडड़ा। अपना मोढा अपना मुख पिछे संसार वल ना फेर, या अपना संकल्प रूपी मोढा पिछे संसार दे विषयां विच या माया वल ना फेर। वीर साधु को मिलने जाइए, साथ न लीजे कोय, पाछे पाओ न दीजिए, आगे होए सो होए। नानक सिज अवेहा वार। सतगुरु महाराज साहब जी कथन करते ने गे हे भाई इस मनुखा देही दी वारी विच ही मुक्त होना कर। मुड़ ना होवी जन्मड़ा। मुड़ के फिर तेरा जन्म नहीं होवेगा, यही तेरा अवसर, यह तेरी बार। घट भीतर तू देख विचार। सो महाराज दा बचन भजो गोबिंद भूल मत जाहो, मानस जन्म का यही लाहो। महला पंजवा। पंजवें पातशाह धन सतगुरु अर्जन देव साहब जी फरमान करते हैं। सज्जन मैडा चाहिया। हे भाई मेरा प्यारा जो सज्जन मित्र परमेश्वर वो सदा ही चाह उत्साह वाला है। अब कहीदा मेता। अते सारियां दा ही मित्र आखीदा है। अपे जानन अपना। सारे जीव ही उसनों आप दा मित्र जानदे हन। कही ना ठाहे चेता। क्योंकि वो किसी दा भी मन ढाउंदा नहीं, किसी दा भी दिल दिखाउंदा नहीं है। महला पंजवा। सतगुरु पंजवें पातशाह श्री गुरु अर्जन देव साहब जी फरमान करते हैं। उजड़ा लतम लाल। हे प्यारे प्रभु मैं तेनू गुप्त होए नू लभना कीता है। मथा ही प्रगट थिया। तू ही निश्चय करके मथे दे चंगे भागां करके प्रतख होया है, या मथे पाव सामने ही प्रतख होया है, या अंधे करन रो मथे विच प्रगट साक्षात होया है। कोई सुहावा थान। सो ओही शोभनी का स्थान है। जिथा प्रिय नानक जी तू उठिया। सतगुरु महाराज साहब जी कथन करते ने गे हे प्यारे प्रभु जी जे सिर दे रूप थां विच तू बसिया है ओही शोभनी का स्थान है। सा धरत पई हरियावली जिथे मेरा सतगुरु बैठा आए। से जंद पए हरियावले जिनी मेरा सतगुर देखिया जाए। जिथे जाए बाह मेरा सतगुरु सो थान सुहावा राम राजे। पंजवें पातशाह सतगुरु अर्जन देव साहब जी उचार रहे ने। जा तू मेरा बल है। हे परमात्मा जदों तू मेरे पक्ष विच है ता क्या मोह छंदा। ता मैनू
ਕਿਸੇ ਦੀ ਭਲਾ ਕੀ ਮੋਹ ਸ਼ੰਦਗੀ ਮੁਥਾਜਗੀ ਹੈ। ਸਭ ਕਿਛ ਮੈਨੂੰ ਸੌਂਪਿਆ। हे ਪ੍ਰਭੂ ਸਭ ਕੁਝ ਹੀ ਤੂੰ ਸਾਨੂੰ ਸੌਂਪ ਦਿੱਤਾ ਹੈ। ਜਿਵੇਂ ਘਰ ਦੀਆਂ ਚਾਬੀਆਂ ਬੀਬੀਆਂ ਦੇ ਕੋਲ ਹੀ ਹੁੰਦੀਆਂ ਨੇ, ਜਿਹੜੀ ਪਤਨੀ ਬਣ ਗਈ ਉਹਦੇ ਕੋਲ ਕਾਹਦਾ ਉੱਲਾ ਹੈ, ਸਭ ਖਜ਼ਾਨਾ ਉਹਦੇ ਸਪੁਰਦ ਹੈ। ਬੀਬੀ ਭਾਵੇਂ ਇੱਕ ਊੜਾ ਵੀ ਨਾ ਪੜ੍ਹੀ ਹੋਵੇ, ਪਰ ਜੇ ਮਾਸਟਰ ਨਾਲ ਵਿਆਹੀ ਜਾਏ ਉਹਨੂੰ ਸਾਰੇ ਕਹਿਣਗੇ ਮਾਸਟਰ ਨੇ। ਤੇ ਉਹ ਭਾਵੇਂ ਸਰਿੰਜ ਨਾ ਲਾਉਣੀ ਆਉਂਦੀ ਹੋਵੇ, ਜੇ ਡਾਕਟਰ ਨਾਲ ਵਿਆਹੀ ਜਾਏ ਉਹਨੂੰ ਕਹਿਣਗੇ ਡਾਕਟਰ ਨਹੀਂ। ਇਉਂ ਜਿਹੜੇ ਰੱਬ ਦੇ ਪਿਆਰ ਵਾਲੇ ਸੰਤ ਹਨ, ਮਹਾਂਪੁਰਖ ਨੇ, ਜਦੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਆਪਣਾ ਸੰਬੰਧ ਜੋੜ ਲੈਂਦੇ ਨੇ ਤਾਂ ਸਾਧ ਸੰਗਤ ਜੀ ਉਹ ਗੁਰੂ ਦੇ ਪਿਆਰੇ ਬਣ ਜਾਂਦੇ ਹਨ। ਜਿਸ ਕਰਕੇ ਮਹਾਰਾਜ ਦਾ ਬਚਨ ਹੈ ਕਿ ਉਹ ਪਿਆਰ ਦੇ ਵਿੱਚ ਆ ਕੇ ਆਪਦੇ ਘਰ ਦੀਆਂ ਖਜ਼ਾਨੇ ਦੀਆਂ ਚਾਬੀਆਂ ਸੰਤਾਂ ਨੂੰ ਸੌਂਪ ਦਿੰਦਾ ਹੈ। ਸੰਤਨ ਹੱਥ ਰਾਖੀ ਕੁੰਜੀ, ਸਾਰੀਆਂ ਕੁੰਜੀਆਂ ਗੁਰਦੁਆਰੇ ਦੀਆਂ ਸੰਤਾਂ ਦੇ ਹੱਥ ਮਹਾਰਾਜ ਨੇ ਸੌਂਪੀਆਂ ਨੇ। ਸ਼ਹੀਦ ਸਿੰਘਾਂ ਦੇ ਪਾਵਨ ਸਥਾਨ ਦੇ ਆਪ ਬੈਠ ਕੇ ਦਰਸ਼ਨ ਕਰ ਰਹੇ ਹੋ। ਜਦ ਸ਼ਹੀਦ ਹੋਏ ਸਨ, ਕਿਸੇ ਨੇ ਸੋਚਿਆ ਸੀ ਵੀ ਆਹ ਕੁਛ ਇੱਥੇ ਹੋਵੇਗਾ? ਵੇਖੋ ਹੁਣ ਕਿੰਨੀਆਂ ਲਹਿਰਾਂ ਬਹਿਰਾਂ ਨੇ। ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਸਵਰਗ ਦੇ ਜੋ ਦੇਵਤੇ ਨੇ, ਦੇਵੀਆਂ ਨੇ, ਉਹ ਵੀ ਪਰਮਾਤਮਾ ਦੇ ਕੋਲੋਂ ਸਿੱਧਾ ਪ੍ਰਾਪਤ ਨਹੀਂ ਕਰਦੀਆਂ। ਜੋ ਖਜ਼ਾਨੇ ਦੀਆਂ ਚਾਬੀਆਂ ਸ਼ਹੀਦਾਂ ਦੇ ਹੱਥ ਹਨ, ਜੋ ਸਵਰਗ ਦਾ ਵੀ ਲੰਗਰ ਪਾਣੀ, ਜੋ ਉਹਨਾਂ ਨੂੰ ਚੀਜ਼ ਵਸਤ ਚਾਹੀਦੀ ਆ, ਉਹ ਵੀ ਸ਼ਹੀਦ ਸਿੰਘ ਪਹੁੰਚਾਉਂਦੇ ਨੇ। ਦੁਨੀਆ ਦੀ ਤਾਂ ਬੜਾ ਗੱਲ ਹੀ ਬੜੀ ਨੀਵੀਂ ਹੈ। ਸੋ ਜਿੰਨਾ ਵੀ ਮਹਾਰਾਜ ਦਾ ਖਜ਼ਾਨਾ ਹੈ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਠਾਕੁਰ ਮਾਲਕ ਨੇ ਆਪਦੇ ਪਿਆਰਿਆਂ ਨੂੰ ਦੇਣ ਵਾਸਤੇ ਸਭ ਰਿਧੀਆਂ ਤੇ ਸਿੱਧੀਆਂ ਦਾ ਖਜ਼ਾਨਾ ਆਪਣੀ ਹੱਥ ਦੀ ਤਲੀ ਦੇ ਉੱਪਰ ਰੱਖਿਆ ਹੋਇਆ ਹੈ, ਤਾਂ ਕਿ ਚਾਬੀਆਂ ਵੀ ਲੱਭਣੀਆਂ ਨਾ ਪੈਣ ਕਿ ਚਾਬੀ ਗਵਾਚ ਗਈ ਹੈ ਜੀ, ਕੱਲ੍ਹ ਨੂੰ ਲੈ ਜਿਓ ਜੀ, ਪਰਸੋਂ ਨੂੰ ਲੈ ਜਿਓ ਜੀ। ਇਸ ਤਰ੍ਹਾਂ ਦਾ ਕੋਈ ਬਹਾਨਾ ਨਹੀਂ। ਜੋ ਰੱਬ ਦੇ ਪਿਆਰੇ ਮੰਗਦੇ ਨੇ ਉਸੇ ਵਕਤ ਹੀ ਮਹਾਰਾਜ ਉਹਨਾਂ ਨੂੰ ਬਖਸ਼ਦਾ ਹੈ। ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਇਸ ਲਈ ਤੂੰ ਸਭ ਕੁਝ ਮੈਨੂੰ ਸੌਂਪ ਦਿੱਤਾ ਹੈ ਮਹਾਰਾਜ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ। ਪੈਸੇ ਦੀ ਤਾਂ ਗੱਲ ਹੀ ਬੜੀ ਛੋਟੀ ਜਿਹੀ ਹੈ। ਆਪਦੇ ਪਰਿਵਾਰ ਦੇ 27 ਮੈਂਬਰ ਖਾਲਸੇ ਦੀ ਰੱਖਿਆ ਵਾਸਤੇ, ਇਸ ਦੇਸ਼ ਕੌਮ ਦੀ ਆਜ਼ਾਦੀ ਵਾਸਤੇ ਮਹਾਰਾਜ ਨੇ ਵਾਰ ਦਿੱਤੇ। ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਆਪਦੀ ਬਜ਼ੁਰਗ ਮਾਤਾ ਸਤਿਗੁਰੂ ਤੇਗ ਬਹਾਦਰ ਮਹਾਰਾਜ। ਵੇਖੋ ਇਹ ਤੋਂ ਬਾਅਦ ਹੋਰ ਕੀ ਹੋ ਸਕਦਾ ਹੈ? ਸਭ ਕੁਝ ਹੀ ਮਹਾਰਾਜ ਨੇ ਵਾਰ ਦਿੱਤਾ। हे ਪਾਤਸ਼ਾਹ, ਸਭ ਕੁਝ ਹੀ ਤੂੰ ਸਾਨੂੰ ਸੌਂਪ ਦਿੱਤਾ ਹੈ। ਜਾ ਤੇਰਾ ਬੰਦਾ, हे ਪ੍ਰਮਾਤਮਾ, ਜਦੋਂ ਮੈਂ ਤੇਰਾ ਬੰਦਾ, ਤੇਰਾ ਦਾਸ ਬਣ ਗਿਆ, ਤੂੰ ਧਰਮ ਅਰਥ ਕਾਮ ਮੋਖ ਆਦਿਕ ਸਭ ਕੁਝ ਸਾਨੂੰ ਸੌਂਪ ਦਿੱਤਾ ਹੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਸ਼ੋਰੈ। ਜੇ ਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਨੀ ਬਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਲਖਮੀ ਟੋਟ ਨਾ ਆਵਈ। ਹੁਣ ਮਾਇਆ ਦੀ ਵੀ ਕੋਈ ਕਮੀ ਨਹੀਂ ਆਉਂਦੀ ਹੈ। ਜਿਹੜਾ ਪਰਮਾਤਮਾ ਸਭ ਦੁਨੀਆ ਨੂੰ ਦਿੰਦਾ ਹੈ। ਲੋਕ ਵੇਖੋ ਜਹਾਜ਼ਾਂ ਦੇ ਚੜੇ ਫਿਰਦੇ ਨੇ, ਫਾਰਮ ਹਾਊਸਾਂ ਦੇ ਉੱਪਰ ਉਹਨਾਂ ਹੈਲੀਕਾਪਟਰ ਰੱਖੇ ਹੋਏ ਨੇ, ਤੇ ਅਸੀਂ ਕਿਹੜਾ ਰੱਬ ਦਾ ਕੁਛ ਵਿਗਾੜਿਆ? ਜਿਹੜਾ ਗੁਰੂ ਦਾ ਸਿੱਖ ਹੈ, ਮਹਾਰਾਜ ਦੀ ਬਾਣੀ ਬਣਨ ਵਾਲਾ ਹੈ, ਤੇ ਕੀ ਉਹਨੂੰ ਸਾਈਕਲ ਵੀ ਨਸੀਬ ਨਹੀਂ ਹੋਵੇਗਾ? ਮਹਾਰਾਜ ਸਾਰੀ ਦੁਨੀਆ ਨੂੰ ਦਿੰਦਾ,
ਤੇ ਸਾਨੂੰ ਵੀ ਦੇਗਾ। ਇਸ ਵਾਸਤੇ ਲੋਕ ਅਰਦਾਸਾਂ ਕਰਕੇ ਜਹਾਜ਼ ਤੱਕ ਖਰੀਦ ਲੈਂਦੇ ਨੇ। ਕਿੰਨਾ ਕੁਛ ਵੇਖੋ ਦੁਨੀਆ ਦੇ ਕੋਲ, ਤੇ ਖੁਦ ਆਪਦੀ ਅਰਦਾਸ ਕਰਕੇ ਕਿਉਂ ਨਹੀਂ ਆਪਾਂ ਲੈ ਸਕਦੇ? ਇਉਂ ਭਰੋਸਾ ਹੋਣਾ ਚਾਹੀਦਾ ਹੈ, ਵਿਸ਼ਵਾਸ ਹੋਣਾ ਚਾਹੀਦਾ। ਮਾਇਆ ਦੀ ਵੀ ਕੋਈ ਕਮੀ ਨਹੀਂ ਆਉਂਦੀ ਹੈ। ਆਏ ਖਰਚ ਰਹੰਦਾ, ਮੈਂ ਆਪ ਖਾ ਰਿਹਾ ਹਾਂ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਜਿੱਦਣ ਗੁਰੂ ਬਣੇ ਸਨ ਉਦਣ ਭਾਈ ਗੁਰਦਾਸ ਜੀ ਨੂੰ ਸੁੱਕਾ ਪ੍ਰਸ਼ਾਦਾ ਅੰਨ ਚੋਪੜਿਆ ਮਿੱਸਾ ਉਹ ਗੁਰੂ ਕੇ ਲੰਗਰ ਦੇ ਵਿੱਚ ਉਹ ਮਿਲਿਆ। ਤੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਕੀ ਲੁਕਾਉਣ ਲੱਗ ਪਏ ਹੋ? ਹੇ ਭੈਣ ਜੀ, ਬੀਬੀ ਭਾਨੀ ਜੀ, ਦੱਸ ਕਿੱਥੇ ਪੈਸੇ ਰੱਖੇ ਹੋਏ ਨੇ? ਜਿੰਦਰਾ ਖੋਲ, ਕੰਜੂਸੀ ਕਰਦੇ ਹੋ। ਸਤਿਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਅਸੀਂ ਵੀ ਤੁਹਾਡੇ ਨਾਲ ਹੀ ਬੈਠ ਕੇ ਪ੍ਰਸ਼ਾਦਾ ਛਕਿਆ, ਕੋਈ ਵੱਖਰਾ ਤਾਂ ਛਕਿਆ ਨਹੀਂ। ਬੀਬੀ ਭਾਨੀ ਜੀ ਕਹਿਣ ਲੱਗੀ ਵੀ ਮੇਰਾ ਵੱਡਾ ਪੁੱਤ ਉਹ ਨਿਕੰਮਾ ਹੈ, ਇਹ ਸਾਰਾ ਕੰਮ ਉਹਨੇ ਵਿਗਾੜਿਆ ਹੈ, ਮੈਂ ਭਲਾ ਕੀ ਲੁਕਾਉਣਾ ਹੈ ਸੰਗਤ ਕੋਲੋਂ? ਪ੍ਰਿਥੀਆ ਸੰਗਤ ਦੇ ਕੋਲੋਂ ਮਾਇਆ ਤੇਲਾ ਗੁਰੂ ਕੀ ਕਾਰ ਸੇਵਾ ਗੁਰਾ ਕੇ ਲੰਗਰ ਛਕਣ ਵਕਤ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਭੇਜ ਦਿੰਦਾ। ਇਸ ਲਈ ਲੰਗਰ ਮਸਤਾਨੇ ਨੇ। ਤਾਂ ਉਸ ਵਕਤ ਭਾਈ ਸਾਹਿਬ ਨੇ ਪਿਪਲੀ ਸਾਹਿਬ ਕਾਬਲ ਤੋਂ ਆਈ ਸੰਗਤ ਨੂੰ ਪ੍ਰਚਾਰ ਕਰਕੇ ਬਸਤਰ ਵਿਛਾ ਕੇ ਸਭ ਪੂਜਾ ਭੇਟਾ ਪਹਿਲਾਂ ਉਹਨਾਂ ਦੀ ਉਗਰਾ ਕੇ ਸੰਗਤ ਦੇ ਅੱਗੇ ਅੱਗੇ ਆ ਕੇ ਗੁਰੂ ਅਰਜਨ ਸਾਹਿਬ ਦੇ ਚਰਨੀ ਬਾਇਆ ਤੇ ਸਭ ਸੰਗਤ ਦੀਆਂ ਅਰਦਾਸਾਂ ਮਹਾਰਾਜ ਦੇ ਚਰਨਾਂ ਵਿੱਚ ਕੀਤੀਆਂ। ਤੇ ਵੇਖੋ ਅੱਜ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਨੇ। ਉਦੋਂ ਫਿਕਰ ਸੀਗਾ, ਭਾਈ ਸਾਹਿਬ ਕਹਿਣ ਲੱਗੇ ਤੁਸੀਂ ਮਹਾਰਾਜ ਸਰੋਵਰ ਕਿਵੇਂ ਪੱਕਾ ਕਰਵਾਓਗੇ? ਹਰਿਮੰਦਰ ਸਾਹਿਬ ਏਡੀ ਵੱਡੀ ਗੁਰੂ ਦੀ ਸੇਵਾ ਕਿਵੇਂ ਹੋਏਗੀ ਜੇ ਆਪ ਇੰਨੇ ਅੰਦਰਲੇ ਬੈਠੇ ਰਹੇ? ਤਾਂ ਸਾਹਿਬਾਂ ਨੇ ਸ਼ਬਦ ਉਚਾਰੇ ਆ, ਗੋਜਰੀ ਮਹੱਲਾ ਪੰਜਵਾ, ਰਾਗ ਗੋਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਜਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਤਰ ਮੈਂ ਜੰਤੀ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਇਹ ਭਾਈ ਸਾਹਿਬ ਜੀ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪਰਮਾਤਮਾ ਦਿੰਦਾ, ਤੇ ਤੁਸੀਂ ਇਸ ਮਾਇਆ ਦੇ ਉਦਮ ਵਾਸਤੇ ਕਿਉਂ ਪਏ ਹੋਏ ਹੋ? ਜਦ ਕਿ ਖੁਦ ਇਹ ਵਾਹਿਗੁਰੂ ਜੀ ਦਾ ਆਪਣਾ ਘਰ ਹੈ, ਉਹਨੂੰ ਆਪ ਫਿਕਰ ਹੈ। ਇਉਂ ਸਭ ਕੁਛ ਹੋਇਆ, ਸਰੋਵਰ ਵੀ ਬਣਿਆ, ਹਰਿਮੰਦਰ ਸਾਹਿਬ ਵੀ ਉਸਰਿਆ, ਮਹਾਰਾਜ ਦਾ ਪਾਵਨ ਸਰੂਪ ਤਿਆਰ ਹੋ ਕੇ ਪ੍ਰਕਾਸ਼ ਵੀ ਹੋਇਆ। ਅੱਜ ਵੇਖੋ ਕਿੰਨੀ ਚੜ੍ਹਦੀ ਕਲਾ ਹੈ। ਇਉਂ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮੈਂ ਆਪ ਵੀ ਖਾ ਰਿਹਾ, ਦੂਜਿਆਂ ਵਿੱਚ ਵੀ ਖਰਚਦਾ ਰਹਿੰਦਾ ਹਾਂ, ਤੇ ਮੈਨੂੰ ਮਾਇਆ ਦਾ ਕੋਈ ਘਾਟਾ ਨਹੀਂ ਆਉਂਦਾ। ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ। ਸਾਡੇ ਪਿਤਾ ਗੁਰੂ ਰਾਮਦਾਸ ਜੀ ਦਾ, ਦਾਦਾ ਸਤਿਗੁਰੂ ਅਮਰਦਾਸ ਜੀ ਦਾ ਇਹ ਖਜ਼ਾਨਾ ਖੁੱਲਿਆ ਹੋਇਆ ਹੈ। ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਜਾਂ ਤੋਲ। ਇਸੇ ਪ੍ਰਕਾਰ ਲਖਮੀ ਟੋਟ ਨਾ ਆਵਈ। ਲక్ష్ਮੀ ਨਾਮ ਹੈ ਭਗਤੀ ਦਾ, ਜਿਹੜੀ ਭਗਤੀ ਰੂਪ ਲక్ష్ਮੀ ਹੈ, ਇਹਦਾ ਵੀ ਗੁਰੂ ਘਰ ਵਿੱਚ ਘਾਟਾ ਨਹੀਂ ਆਉਂਦਾ। ਇਸ ਵਾਸਤੇ ਆਏ ਖਰਚ ਰਹੰਦਾ, ਮੈਂ ਆਪ ਖਾਂਦਾ ਭਾਵ ਧਾਰਨ ਕੀਤਾ ਹੈ ਭਗਤੀ ਨੂੰ, ਤੇ ਹੋਰਨਾਂ ਦੇ ਖਰਚ ਦਾ ਭਾਵ ਭਗਤੀ ਕਰਾਉਂਦਾ ਰਹਿੰਦਾ ਹੈ। ਲੱਖ 84 ਮੇਦਨੀ, 84 ਲੱਖ ਜੂਨਾਂ ਦੀ ਜੋ ਮੇਦਨੀ ਸ੍ਰਿਸ਼ਟੀ ਹੈ। ਸਭ ਸੇਵ ਕਰਨ ਦਾ, ਸਾਰੀ ਤੇਰੀ ਟਹਿਲ ਕਰ ਰਹੀ ਹੈ, ਜਾਂ ਸਾਰੀ ਸ੍ਰਿਸ਼ਟੀ ਮੇਰੀ ਸੇਵਾ ਕਰਨ ਵਾਲੀ ਬਣਾ ਦਿੱਤੀ ਹੈ। ਇਹ ਵੈਰੀ ਮਿੱਤਰ ਸਭ ਕੀਤੇ ਆ, ਇਹ ਪ੍ਰਤੱਖ ਕਾਮ ਗੁਰੂ ਦਾਦਕ ਦੁਸ਼ਮਣ ਸਾਰੇ ਮੇਰੇ ਸੱਜਣ ਕਰ ਦਿੱਤੇ ਨੇ। ਨਹਿ ਮੰਗਾ ਹੈ ਮੰਦਾ, ਹੁਣ ਮੇਰਾ ਬੁਰਾ ਨਹੀਂ ਮੰਗਦੇ, ਜਾਂ ਹੁਣ ਮੇਰੇ ਅੰਦਰ ਕੋਈ ਮੰਦਾ ਸੰਕਲਪ ਨਹੀਂ ਫੁਰਦਾ।
ਅਤੇ ਨਾ ਹੀ ਮੈਂ ਕਿਸੇ ਦਾ ਬੁਰਾ ਮੰਗਦਾ ਹਾਂ। ਲਿਖਾ ਕੋਈ ਨਾ ਪੁੱਛਾਈ, ਕੋਈ ਵੀ ਕਰਮ ਧਰਮ ਦਾ ਹਿਸਾਬ ਕਿਤਾਬ ਹੁਣ ਨਹੀਂ ਪੁੱਛਦਾ। ਜਾ ਹਰ ਬਖਸ਼ੰਦਾ, ਇਹ ਹਰੀ ਪ੍ਰਭੂ ਜਦ ਤੂੰ ਆਪ ਹੀ ਬਖਸ਼ਣ ਵਾਲਾ ਹੈ, ਫਿਰ ਕੌਣ ਹੈ ਜਿਹੜਾ ਸਾਥੋਂ ਲੇਖਾ ਲੈ ਸਕਦਾ ਹੈ। ਆਨੰਦ ਪਾਇਆ ਸੁਖ ਪਾਇਆ, ਸੋ ਤੇਰੀ ਕਿਰਪਾ ਦੇ ਨਾਲ ਸਾਨੂੰ ਆਤਮਿਕ ਆਨੰਦ ਹੋਇਆ ਤੇ ਆਤਮਿਕ ਸੁਖ ਨੂੰ ਪਾਉਣਾ ਕੀਤਾ ਹੈ। ਮਿਲ ਗੁਰ ਗੋਵਿੰਦਾ, ਹੇ ਗੋਵਿੰਦਾ ਪਰਮਾਤਮਾ ਗੁਰਾਂ ਦੇ ਨਾਲ ਮਿਲ ਕੇ ਜਾਂ ਗੁਰਾਂ ਦੁਆਰਾ ਤੇਰੇ ਨਾਲ ਸਿੱਧ ਕਰਕੇ ਅੰਤਰਾਤਮੀ ਆਨੰਦ ਪ੍ਰਾਪਤ ਹੋਇਆ, ਮਨ ਕਰਕੇ ਆਨੰਦ ਪ੍ਰਾਪਤ ਹੋਇਆ ਅਤੇ ਸਰੀਰ ਕਰਕੇ ਵੀ ਸੁਖ ਪਾਉਣਾ ਕੀਤਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ। ਸਭੇ ਕਾਜ ਸਵਾਰਿਆ, ਸਾਡੇ ਲੋਕ ਅਤੇ ਪਰਲੋਕ ਦੇ ਸਾਰੇ ਹੀ ਕੰਮ ਨੂੰ ਸੰਵਾਰ ਦਿੱਤੇ ਹਨ। ਜਾ ਤੁਧ ਭਾਵੰਦਾ, ਹੇ ਪਰਮਾਤਮਾ ਜਦੋਂ ਮੈਂ ਤੈਨੂੰ ਭਾ ਗਿਆ ਤਾਂ ਤੂੰ ਮੇਰੇ ਸਾਰੇ ਕੰਮ ਆਪ ਸਵਾਰ ਦਿੱਤੇ। ਜੋ ਜਨ ਤੁਮਰੀ ਭਗਤ ਕਰਨ ਦੇ ਤਿਨ ਕੇ ਕਾਜ ਸਵਾਰਤਾ। ਇਹ ਭਗਤ ਧੰਨਾ ਜੀ ਨੇ ਗੋਪਾਲ ਤੇਰਾ ਆਰਤਾ ਪੜਿਆ ਹੈ ਕਿ ਹੇ ਪਰਮਾਤਮਾ ਮੈਂ ਤੇਰਾ ਆਰਤਾ ਕਰਦਾ, ਕਿਉਂ ਕਰਦਾ? ਕਿਉਂਕਿ ਜੋ ਵੀ ਤੇਰੀ ਭਗਤੀ ਕਰਦੇ ਨੇ ਉਹਨਾਂ ਨੇ ਤੂੰ ਆਪ ਖੁਦ ਕੰਮ ਸਵਾਰ ਦਿੰਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ ਗੌੜੀ ਮਹੱਲਾ ਪੰਜਵਾ, ਤੇਰੇ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਪਿਆਰੇ ਜੀ ਤੁਸੀਂ ਆਪਦੇ ਘਰ ਵਿੱਚ ਸਥਿਤ ਹੋ ਕੇ ਬੈਠੇ ਰਹੋ, ਕਿਸੇ ਭੱਜ ਦੌੜ ਦੀ ਲੋੜ ਨਹੀਂ, ਜਾਂ ਹਿਰਦੇ ਰੂਪੀ ਘਰ ਵਿੱਚ ਸਥਿਤ ਹੋ ਕੇ ਬੈਠੇ ਰਹੋ। ਵਾਹਿਗੁਰੂ ਸਾਰੇ ਕੰਮ ਆਪ ਸੰਵਾਰੀ ਹੈ, ਤੁਹਾਡੀ ਵੀ ਸਵਾਰੀਗਾ। ਦੱਖਣੇ ਮਹੱਲਾ ਪੰਜਵਾ, ਮਾਰੂ ਦੱਖਣੀ ਮਾਰ ਵਿੱਚ ਪੰਜਵੇਂ ਪਾਤਸ਼ਾਹ 8ਵਾਂ ਸ਼ਲੋਕ ਉਚਾਰ ਰਹੇ ਹਨ। ਜਗਿਆਸੂ ਦੀ ਪਰਮਾਰਥ ਵਿੱਚ ਪ੍ਰੇਮ ਦੀ ਅਵਸਥਾ ਦਾ ਕਥਨ ਕਰਦੇ ਨੇ। ਦੇਖਣ ਕੂ ਮੁਸਤਾਕ, ਤੇਰੇ ਦਰਸ਼ਨ ਦੇਖਣ ਨੂੰ ਮੇਰੇ ਚਿੱਤ ਦੀ ਬਿਰਤੀ ਚਾਹਵਾਨ ਮੋਹਤ ਹੋਈ ਪਈ ਹੈ। ਮੁਖ ਕਜੇਹਾ ਤਾਉ ਧਣੀ, ਇਹ ਮਾਲਕ ਪਰਮਾਤਮਾ ਤੇਰਾ ਮੁਖੜਾ ਤੇਰਾ ਸਰੂਪ ਕਿਹੋ ਜਿਹਾ ਹੈ? ਥੋੜਾ ਜਿਹਾ ਦਿਖਾ ਤਾਂ ਸਹੀ, ਜੇ ਬਹੁਤਾ ਲੰਬਾ ਸਮਾਂ ਤੇਰੇ ਕੋਲ ਟਾਈਮ ਨਹੀਂ, ਮਾੜੀ ਝਲਕੀ ਦਿਖਾ ਦੇ। ਇੱਕ ਭੋਰੀ ਦਰਸ਼ਨ ਦੀਜੈ, ਭੋਰਾ ਕਮਾਤਰੀ ਦਰਸ਼ਨ ਦੇ ਦੇ ਮਹਾਰਾਜ। ਨੈਣ ਹਮਾਰੇ ਬਰੇ ਰੰਗ ਰੰਗਾਰੇ, ਇਹ ਜਿਹੜੇ ਸਾਡੇ ਨੇਤਰ ਨੇ ਪਿਆਰੇ ਪਤੀ ਦੇ ਪਿਆਰ ਰੰਗ ਦੇ ਵਿੱਚ ਰੰਗੇ ਹੋਏ ਨੇ। ਨੈਣ ਹਮਾਰੇ ਪਰੇ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀਰੀਜੈ, ਇੱਕ ਤਿਲ ਮਾਤਰ ਵੀ ਧੀਰਜ ਨਹੀਂ ਕਰ ਰਹੇ। ਸ਼ਲੋਕ ਦਰਸ਼ਨ 82 ਦਿਨ ਸਰਾਤ, ਚਿਤ ਭਾਉਣ ਦੇ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਛੰਦ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਦੀਆ, ਤਿਸ ਮੋਹਨ ਲਾਲ ਪਿਆਰੇ, ਔ ਫਿਰੋਂ ਖੋਜੰਤੀਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੇਂ ਤੇ ਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਦੀਆ। ਐਸੀ ਦਰਸ਼ਨਾਂ ਦੀ ਸਿੱਖ ਹੈ। ਹਿਰਦਾ ਕੀਤਾ ਹਾਲ, ਤੇਰੇ ਵਿਛੋੜੇ ਕਰਕੇ ਕਿਸੇ ਬੁਰੇ ਹਾਲਾਤਾਂ ਵਿੱਚ ਵਿਅਰਥੀ ਤੁਰਿਆ ਫਿਰਦਾ ਸੀ। ਜਾ ਡਿਠਮ ਤਾ ਮਨ ਧਰਾਪਿਆ, ਜਦੋਂ ਤੇਰੀ ਕਿਰਪਾ ਦਾ ਸਦਕਾ
तेरे स्वरूप ਨੂੰ ਵੇਖਣਾ ਕੀਤਾ ਹੈ। ਤਦੋਂ ਮੇਰਾ ਮਨ ਮੇਰਾ ਹਿਰਦਾ ਆਤਮਿਕ ਤ੍ਰਿਪਤੀ ਕਰਕੇ रज गया है। महला पंजवा। इस महल्ले विच गुरु जी अकाल पुरख दे प्रेमी जगियासुआं दियां प्री दे विछोड़े करके परमार्थक पीड़ां दा वर्णन करदे ने। बिरहा बिरहा आखी है बिरहा तू सुल्तान फरीदा जित तन बिरहो न उपज सो तन जान मसान। दुखिया दर्द कणे दुखिया दर्द बंद दर आया बहुत प्यास जवाब न पाया। सो कत जान पीर पराई जाके अंतर दर्द न पाई। हे परमात्मा मैं तेरे विछोड़े करके दुखी हाँ ਅਤੇ ਅਵਧੀ ਆਦਿਕ ਦੀ ਬਹੁਤ ਮੇਰੇ ਮਨ ਵਿੱਚ ਪੀੜਾ ਹੈ। ਆਸ਼ਕਾਰਾ ਨਾਮ ਨਿਸ਼ਾਨੀ ਐ ਪਿਸਰ ਰੰਗ ਜ਼ਰਦੋ ਆਸ਼ਰਦੋ ਚਸ਼ਮਤਰ ਕਮ ਗੁਫਤਨੋ ਕਮ ਖੁਰਦਨੋ ख्वाबश हराम इंतजारी बेकरारी दस्तसर। शेख शादी कवि ਦੀਆਂ ਇਹ ਪੰਕਤੀਆਂ ਨੇ ਜਿਹਦੇ ਵਿੱਚ ਰੱਬ ਦੇ ਪਿਆਰਿਆਂ ਦੀਆਂ ਇਹ 9 ਨਿਸ਼ਾਨੀਆਂ ਉਹਨੇ ਲਿਖੀਆਂ ਨੇ कि उन्हां दा रंग पीला पै जाता है। जिवें दरख्त नूं पहलां फल लगदा वो हरिया जिहा बग बगा जिहा हुंदा फिर वो पीला हुंदा है खट्टा जिहा हुंदा फिर वो पक के लाल बनदा है फिर उहदे च मिठास भरदी है। इहों पहली अवस्था दे विच विछोड़े वाली अवस्था विच रंग डब खड़बा जिहा पीला जिहा बन जाना ते ठंडे हौके लैने। रंग जरदो आशरदो चशमंदर नेत्र वैराग दी जल नाल तर रहने। कम गुफ्तनो गल्लां बातां घट जानियां कम खुरदनो जो खाना पीना भी घट जाना। ख्वाबश हराम नींद हराम हो जानी। इंतजारी हमेशा दरवाजे वाल वेखदे रहना कि हुणे महाराज आए हुणे आए। बेकरारी चिर च खटपटी जी लगी रहनी पता नहीं आवेगा कि नहीं आवेगा पता नहीं इस तरह ही जान निकल जानी है। दस्त सर सिर हत्थां 'च फड़ के बैठे रहना। कम खुरदनो कम गुफ्तनो ख्वाबश हराम इंतजारी बेकरारी दस्त सर। ये 9 निशानियां रब दे प्यार वालियां दियां ने। सो हे महाराज मैं बहुत दुखी हाँ तेरे विछोड़े करके। विछोड़ा सुनी दुख बिन डटे मरियोद बाज प्यारे अपने बिरही ना तीरोद। अज ना सुती कंध स्यों अंग मुड़े मुड़ जाए जाए पुछो डोहागनी तुम क्यों रैन में हाए। तन बाबा फरीद साहब दे बचन ने इट सिरहाने होए सवण कीड़ा लड़ियो मास। फरीदा इट सिरहाने होए सवण कीड़ा लड़ियो मास। केतड़ियां जुग वापरे इकत पया पास। वेदन जाने तू धनी ये मालिक परमात्मा किहदे अगे मैं रोवां। लोग कहणगे भी इनू की होया रोंदा क्यों है पर मेरी इस पीड़ा नूं तू आप ही जानदा है। जाना लख भावे हे महाराज ये जानना करांगा कि मैं हुण लखां बेअंत ही पदार्थ गुण वट लए ने। खंदो ता जीवसा उदों मैं ये जानांगा हे पिरी पति परमेश्वर जदों मैं तेरे दर्शन देखांगा तदों ही आत्मिक जीवन विच मैं जिउंदा होवांगा अते जानना करांगा कि मैं लखां बेअंत ही पदार्थ गुण वट लए ने। भावें मैं लखां गल्लां जानदा होवां जानन नूं भावें मैं लखां वारी होई जानदा कि तू मेरी वेद नूं जानदा पर फिर भी हे प्री परमात्मा जद तैनूं देखांगा तदों ही मेरा जिउणा होवेगा। पंजवा। पंजवें पातशाह धन सतगुरु अर्जन देव साहिब जी ये पावन श्लोक उचार रहे ने। नहती जाए करार कंधी किनारा
ਡਿੱਗਦਾ ਜਾਂਦਾ ਹੈ। ਵਹਿਣ ਵਹੰਦੇ ਮੈਂ ਡਿਠਿਆ, ਦਰਿਆਵਾਂ ਦੇ ਵਗਦੇ ਹੋਏ ਪ੍ਰਵਾਹਾਂ ਨੂੰ ਮੈਂ ਵੇਖਿਆ ਅੱਖਾਂ ਦੇ ਨਾਲ। 11 ਡਿਗਰੀ ਤੂਫਾਨ ਆਇਆ ਸੀਗਾ ਤੇ ਸਾਡੇ ਵੇਖਣ ਦੀਆਂ ਬਾਤਾਂ ਬੜੇ ਬੜੇ ਪੁਰਾਣੇ ਬੜੇ ਬੜੇ ਮੋਟੇ ਦਰਖਤ ਉਹ ਤੂਫਾਨ ਨੇ ਪੁੱਟ ਕੇ ਆਉ ਮਾਰੇ ਅਤੇ 35 ਮੰਜ਼ਿਲਾਂ 50 ਮੰਜ਼ਿਲਾਂ ਬਿਲਡਿੰਗਾਂ ਹਵਾ ਦੇ ਵਿੱਚ ਝੂਲਦੀਆਂ ਸਨ। ਪਾਣੀ ਥਰਥਰਾਉਂਦਾ ਸੀਗਾ। ਇੰਨਾ ਤਗੜਾ ਭੂਚਾਲ ਤੇ ਹਾਂਗਕਾਂਗ ਸਮੁੰਦਰ ਤੋਂ 100 ਕਿਲੋਮੀਟਰ ਦੂਰ ਸੀਗਾ। ਸਮੁੰਦਰ ਦੇ ਅੰਦਰੋਂ ਵਿੱਚੋਂ ਉੱਠਦਾ ਪਤਾ ਨਹੀਂ ਕਿੱਥੋਂ ਰੱਬ ਦੀ ਕੁਦਰਤ ਹੈ ਤੇ 100 ਕਿਲੋਮੀਟਰ ਦੂਰ ਤੋਂ ਉਹਦੀ ਮਾਰ ਇੰਨੀ ਜ਼ਬਰਦਸਤ ਸੀਗੀ ਵੀ ਜਿੰਨੀ ਵੱਡੀ ਇਹ ਬਿਲਡਿੰਗ ਹੈ 10-10 ਫੁੱਟ ਰੇਤ ਚਾੜ ਦਿੱਤੀ ਉਹਨੇ। ਜਿੰਨੇ ਵਾਸ਼ਰੂਮ ਸਾਰੇ ਦਬੇ ਗਏ, ਲਾਗੇ ਬੰਨੇ ਜਿੰਨੀਆਂ ਦੁਕਾਨਾਂ ਉੱਪਰ ਤੱਕ ਰੇਤ ਦੇ ਨਾਲ ਭਰ ਦਿੱਤਾ। ਇੰਨੀਆਂ ਉੱਚੀਆਂ ਛੱਲਾਂ ਸਨ। ਇੱਕ ਬੰਦਾ ਵਗਾ ਕੇ ਮਾਰਿਆ, ਉਹਦਾ ਨੱਕ ਮੂੰਹ ਭੰਨਿਆ ਗਿਆ ਵਿਚਾਰਾ। ਐਕਟਿਵਾ ਆਉ ਗਈ ਤੇ ਆਉ ਗਈ, ਤੁਰਨਾ ਬੜਾ ਔਖਾ ਹੋਇਆ ਪਿਆ ਸੀ। ਇਸ ਵਾਸਤੇ ਸੋ ਜਿਸ ਵਕਤ ਲਹਿਰਾਂ ਉੱਠਦੀਆਂ ਨੇ, ਅੰਦਰੋਂ ਤੂਫਾਨ ਉੱਠਦਾ ਹੈ ਪਾਣੀ ਦੇ ਵਿੱਚੋਂ, ਪਤਾ ਨਹੀਂ ਕੀ ਹੁੰਦਾ ਹੈ। ਕੁਦਰਤ ਭਗਵਾਨ ਦੀ ਬੜੇ ਬੜੇ ਲੋਕ ਘਬਰਾ ਜਾਂਦੇ ਨੇ। ਬੜੇ ਬੜੇ ਕਿਨਾਰੇ ਬੜੇ ਬੜੇ ਪੱਕੇ ਬਣੇ ਹੋਏ ਸਭ ਢਹਿ ਢੇਰੀ ਹੋ ਜਾਂਦੇ ਹਨ। ਕਹਿੰਦੇ ਨੇ ਅੱਗ ਦਾ ਸੜਿਆ ਤਾਂ ਬਚ ਸਕਦਾ ਹੈ, ਪਰ ਪਾਣੀ ਦਾ ਮਾਰਿਆ ਬੰਦਾ ਨਹੀਂ ਬਚ ਸਕਦਾ ਕਦੀ ਵੀ। ਇਸੇ ਪ੍ਰਕਾਰ ਕਹਿਤੀ ਜਾਏ ਕਰਾਰ, ਕਾਲ ਰੂਪ ਤਾਂ ਹੈ ਦਰਿਆ, ਇਹਦਾ ਕਿਨਾਰਾ ਹੈ ਸੰਸਾਰ ਰੂਪ, ਇਹ ਡਿੱਗਦਾ ਜਾ ਰਿਹਾ ਹੈ। ਵਹਿਣ ਵਹੰਦੇ ਮੈਂ ਡਿਠਿਆ, ਇਸ ਦਰਿਆ ਦੇ ਜੰਮਣ ਮਨ ਰੂਪੀ ਪ੍ਰਵਾਹ ਦੇ ਵਿੱਚ ਮੈਂ ਅਨੇਕਾਂ ਹੀ ਜੀਵ ਰੁੜੇ ਜਾਂਦੇ ਹੋਏ ਆਪਦੀਆਂ ਅੱਖਾਂ ਦੀ ਨਾਲ ਵੇਖੇ ਨੇ। ਹਰੀ ਕੇ ਪਤਨ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਉਸਰਿਆ ਹੋਇਆ ਹੈ। ਉੱਥੇ ਨਾਨਕਸਰ ਵਾਲੀ ਮਹਾਂਪੁਰਖਾਂ ਦੇ ਜਿਸ ਵਕਤ ਫੁੱਲ ਤਾਰਨ ਵਾਸਤੇ ਗੁਰਮੁਖ ਗਏ ਤਾਂ ਬੇੜੀ ਦੀ ਕਪੈਸਿਟੀ ਘੱਟ ਸੀਗੀ, ਚੜ੍ਹ ਗਏ ਜ਼ਿਆਦਾ, ਉਹ ਸਾਰੀ ਦੀ ਸਾਰੀ ਬੇੜੀ ਡੁੱਬ ਗਈ। ਬੜੇ ਗੁਰਮੁਖਾਂ ਨੂੰ ਪਾਣੀ ਨੇ ਆਪ ਦੇ ਵਿੱਚ ਸਮਾ ਲਿਆ। ਕਿਉਂ ਪਾਣੀ ਅੱਗੇ ਨਹੀਂ ਜ਼ੋਰ ਕਿਸੇ ਦਾ। ਕਰੜੇ ਵਰਾਂ ਨੂੰ ਲੈਣ ਵਾਲੇ ਰਾਵਣ ਆਦਿਕ ਜਾਂ ਪੀਰ ਪੈਗੰਬਰ ਅਵਤਾਰ ਆਦਿਕ ਸੰਸਾਰ ਵਿੱਚ ਢਹਿੰਦੇ ਮਰਦੇ ਜਾ ਰਹੇ ਨੇ। ਇੱਕ ਟੈਟਨਿਕ ਜਹਾਜ਼ ਸੀਗਾ, ਟੈਟਨਿਕ ਜਹਾਜ਼, ਉਹ ਪੂਰੇ ਦਾ ਪੂਰਾ ਹੀ ਡੁੱਬ ਗਿਆ। ਇਸ ਵਾਸਤੇ ਪਾਣੀ ਦੀਆਂ ਲਹਿਰਾਂ ਅੱਗੇ ਬੜੇ ਬੜੇ ਹਾਰ ਜਾਂਦੇ ਨੇ। ਸਈ ਰਹੇ ਅਮਾਣਾ, ਇਹ ਕਾਲ ਰੂਪੀ ਜਿਹੜਾ ਦਰਿਆ ਹੈ ਇਹਦਾ ਮੌਤ ਦਾ ਵਹਿਣ ਵਹਿੰਦਾ ਜਾ ਰਿਹਾ ਹੈ। ਬੜੇ ਬੜੇ ਰਾਵਣ ਸੀ, ਮੈਂ ਰਾਵਣ ਸੀ, ਘਟਕਾਨੋਂ ਸੀ ਪਲ ਬੀਚ ਵਿਚਾਰੇ। ਇਸ ਵਹਿਣ ਦੇ ਵਿੱਚ ਮੌਤ ਦੇ ਵਹਿਣ ਵਿੱਚ ਰੁੜ ਗਏ। ਉਹੀ ਮਨੁੱਖ ਸਹੀ ਸਲਾਮਤ ਅਸਥਿਤ ਰਹੇ ਹਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਪੂਰਨ ਸਤਿਗੁਰੂ ਜੀ ਮਿਲਿਆ ਹੈ। ਪੌੜੀ ਇਹ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਉਚਾਰ ਰਹੇ ਨੇ। ਜਿਸ ਜਨ ਤੇਰੀ ਭੁੱਖ ਹੈ, ਇਹ ਪ੍ਰਮਾਤਮਾ ਜਿਸ ਮਨੁੱਖ ਨੂੰ ਤੇਰੀ ਪ੍ਰਾਪਤੀ ਦੀ ਇੱਛਾ ਰੂ ਭੁੱਖ ਲੱਗੀ ਹੈ, ਇਸ ਦੁੱਖ ਨਾ ਵਿਆਪੈ, ਤਿਸ ਨੂੰ ਜੰਮਣ ਮਰਨ ਆਦਿਕ ਦਾ ਦੁੱਖ ਨਹੀਂ ਲੱਗਦਾ ਹੈ। ਜਿਨ ਜਨ ਗੁਰਮੁਖ ਬੁਝਿਆ, ਜਿਸ ਪੁਰਖ ਨੇ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੁਆਰਾ ਤੇਰੇ ਸਰੂਪ ਨੂੰ ਸਮਝਿਆ ਹੈ। ਸੋ ਚਾਹ ਕੁੰਡੀ ਜਾਪੈ, ਉਹ ਚਾਰੇ ਦਿਸ਼ਾਵਾਂ ਵਿੱਚ ਜਾਣਿਆ ਜਾਂਦਾ ਹੈ। ਜੋ ਨਾਰ ਉਸ ਕੀ ਸਰਣੀ ਪਰੈ, ਜਿਹੜਾ ਮਨੁੱਖ ਉਸ ਗੁਰਮੁਖ ਦੀ ਸ਼ਰਨ ਵਿੱਚ ਪਿਆ ਹੈ, ਇਸ ਕੰਬਾ ਹੈ ਪਾਪੈ, ਤਿਸ ਦੇ ਅੰਦਰੋਂ ਪਾਪ ਕੰਬ ਕੇ ਨਿਕਲ ਜਾਂਦੇ। ਭਾਵ ਜਿਵੇਂ ਬੰਦੂਕ ਦੇ ਖੜਕੇ ਨਾਲ ਪੰਛੀ ਉੱਡ ਜਾਂਦੇ ਨੇ, ਇਉਂ ਜਿਸ ਦੇ ਹਿਰਦੇ 'ਚ ਪਰਮੇਸ਼ਰ ਦੀ ਨਾਮ ਰੂਪੀ ਬੰਦੂਕ ਚੱਲਦੀ ਹੈ ਤਾਂ ਉਹਦੇ ਖੜਕੇ ਨਾਲ ਸਾਰੇ ਪਾਪ ਕੰਬ ਕੇ
ਪੰਛੀਆਂ ਦੀ ਨਿਆਈ ਉੱਡ ਪੁੱਡ ਜਾਂਦੇ ਹਨ। ਜਨਮ ਜਨਮ ਕੀ ਮਲ ਉਤਰੈ, ਉਸ ਦੇ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਮੈਲ ਲੈ ਜਾਂਦੀ ਹੈ। ਗੁਰ ਧੂੜੀ ਨਾਪੈ, ਅਤੇ ਉਹੀ ਗੁਰਾਂ ਦੇ ਚਰਨ ਸ਼ਰਧਾ ਰੂਪੀ ਧੂੜੀ ਵਿੱਚ ਨਹਾਉਣਾ ਕਰਦਾ ਹੈ। ਜਿਨ ਹਰ ਭਾਣਾ ਮੰਨਿਆ, ਇਹ ਹਰੀ ਪ੍ਰਮਾਤਮਾ ਜਿਸ ਪੁਰਖ ਨੇ ਤੇਰਾ ਭਾਣਾ ਮੰਨਿਆ ਹੈ, ਤਿਸ ਸੋਗ ਨਾ ਸੰਤਾਪੈ, ਇਸ ਨੂੰ ਪਦਾਰਥਾਂ ਦੇ ਗਏ ਤੋਂ ਗਮ ਤੇ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ, ਜਾਂ ਸੰਗ ਭਲੀ ਪ੍ਰਕਾਰ ਉਹ ਤਪਣਾ ਨਹੀਂ ਕਰਦਾ। ਹਰ ਜੀਓ ਤੂੰ ਸਭਨਾ ਕਾ ਮਿੱਤ ਹੈ, ਇਹ ਪ੍ਰਭ ਜੀ ਤੂੰ ਸਾਰਿਆਂ ਦਾ ਮਿੱਤਰ ਰੂਪ ਹੈ। ਸਭ ਜਾਣ ਹੈ ਆਪੈ, ਅਤੇ ਸਾਰੇ ਆਪਣਾ ਕਰਕੇ ਤੈਨੂੰ ਜਾਣਦੇ ਨੇ, ਜਾਂ ਤਤ ਬੇਤੇ ਤੈਨੂੰ ਆਪਣਾ ਆਤਮਾ ਰੂਪ ਕਰਕੇ ਜਾਣਦੇ ਹਨ। ਐਸੀ ਸੋਭਾ ਜਨੈ ਕੀ, ਤੇਰੇ ਜਨਾਂ ਦੀ ਵਡਿਆਈ ਇਹੋ ਜਿਹੀ ਹੀ ਹੋਣ ਲੱਗ ਪੈਂਦੀ ਹੈ ਜਿਹੋ ਜੀ ਤੇਰੀ ਆਪ ਦੀ ਵਡਿਆਈ ਹੈ। ਜੇ ਵਡ ਹਰ ਪ੍ਰਤਾਪੈ, ਇਹ ਹਰੀ ਜਿੱਡਾ ਵੱਡਾ ਤੇਰਾ ਤੇਜ ਪ੍ਰਤਾਪ ਹੈ, ਇਹੋ ਜਿਹੀ ਤੇਰੇ ਜਨਾਂ ਦੀ ਸੋਭਾ ਵਡਿਆਈ ਹੋਣ ਲੱਗ ਪੈਂਦੀ ਹੈ। ਸਭ ਅੰਤਰ ਜਨ ਵਰਤਾਇਆ, ਤੂੰ ਸਾਰੇ ਸੰਸਾਰ ਦੇ ਵਿੱਚ ਹੀ ਆਪਣੇ ਦਾਸਾਂ ਦਾ ਪ੍ਰਤਾਪ ਵਰਤਾ ਦਿੱਤਾ ਹੈ, ਐਸਾ ਤੇਰਾ ਤੇਜ ਪ੍ਰਤਾਪ ਹੈ। ਹਰ ਜਨ ਤੇ ਜਾਪੈ, ਇਹ ਹਰੀ ਤੂੰ ਆਪਣੇ ਸੇਵਕਾਂ ਤੋਂ ਹੀ ਜਾਣਿਆ ਜਾਂਦਾ ਹੈ। ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ, ਪ੍ਰਭੂ ਤੋਂ ਹੀ ਸੰਤ ਭਗਤਾਂ ਦੀ ਪਹਿਚਾਣ। ਜੇ ਗੁਰੂ ਗ੍ਰੰਥ ਸਾਹਿਬ ਹੈ ਤੇ ਤਾਂ ਹੀ ਆਪਾਂ ਸਿੰਘ ਸਾਹਿਬ, ਮੱਝਾਂ ਦੀਆਂ ਪੂਛਾਂ ਮਰੋੜਦੇ ਥੋੜੋ ਸਿੰਘ ਸਾਹਿਬ ਬਣ ਸਕਦੇ ਆ। ਪੱਠੇ ਪਾਉਂਦੇ ਉਹਦੇ ਕੰਮ ਹੀ ਆਖਾਂਗੇ, ਦੁਕਾਨ ਤੇ ਬੈਠਾ ਤਾਂ ਬਾਣੀਆਂ ਹੋਊਗਾ। ਜੇ ਮਹਾਰਾਜ ਦੀ ਹਜ਼ੂਰੀ ਹੈ ਤੇ ਤਾਂ ਹੀ ਆਪਾਂ ਸਿੰਘ ਸਾਹਿਬ ਆ, ਨਿਹੰਗ ਸਿੰਘ ਆ। ਤੇ ਜੇ ਮਹਾਰਾਜ ਨਹੀਂ ਤੇ ਆਪਾਂ ਨੂੰ ਕੌਣ ਸਿੰਘ ਆਖੂਗਾ। ਤੋ ਇਸੇ ਪ੍ਰਕਾਰ ਜੇ ਗੁਰੂ ਕੀ ਸਾਧ ਸੰਗਤ ਹੈ ਤੇ ਸਾਧ ਸੰਗਤ ਦੇ ਨਾਲ ਹੀ ਗੁਰੂ ਘਰ ਦੀਆਂ ਰੌਣਕਾਂ ਨੇ। ਕਈ ਕਹਿੰਦੇ 21 ਵਿਸਵੇ ਸੰਗਤ ਤੇ 20 ਵਿਸਵੇ ਗੁਰੂ। ਵੈਸੇ ਪਿਆਰ ਦੀ ਬੋਲੀ ਹੈ ਮਹਾਰਾਜ ਦੀ, ਵੀ ਸੇਵਕਾਂ ਤੋਂ ਤੂੰ ਜਾਣਿਆ ਜਾਂਦਾ। ਜਿਸ ਤਰ੍ਹਾਂ ਬੱਚਾ ਹੁੰਦਾ ਤੇ ਹੁਣ ਬੱਚੇ ਤੋਂ ਹੀ ਪਤਾ ਲੱਗਦਾ ਵੀ ਇਹਦੀ ਮਾਂ ਵੀ ਹੋਊਗੀ। ਜੇ ਬੱਚਾ ਨਹੀਂ ਤੇ ਫਿਰ ਮਾਂ ਦੀ ਪਹਿਚਾਣ ਕਿਵੇਂ? ਤੋ ਇਸ ਤਰੀਕੇ ਦੇ ਨਾਲ ਜੇ ਗੁਰੂ ਕੀ ਸੰਗਤ ਹੈ ਤੇ ਇਹਦਾ ਗੁਰੂ ਵੀ ਕੋਈ ਹੈ। ਇਹਦਾ ਇੱਕ ਲੌਜਿਕ ਸਮਝੋ ਵੀ ਵੇਖੋ ਕਿਆ ਸੋਹਣਾ ਗੁਰਦੁਆਰਾ ਹੈ, ਕਿੰਨਾ ਵੇਖੋ ਗੁਰੂ ਕਾ ਲੰਗਰ ਚੱਲ ਰਿਹਾ। ਤੇ ਜੇ ਤੁਸੀਂ ਪੁੱਛੋ ਵੀ ਇਹ ਕੌਣ ਚਲਾ ਰਿਹਾ, ਮਤਲਬ ਇਹ ਸਾਰਾ ਕੁਝ ਵੇਖ ਕੇ ਪਤਾ ਲੱਗਦਾ ਹੀ ਹੈ ਨਾ ਮੈਨੂੰ ਕੋਈ ਚਲਾਉਣ ਵਾਲਾ ਹੈ। ਕੌਣ ਹੈ, ਮੈਂ ਜਾਂ ਤੁਸੀਂ? ਜੇ ਕੋਈ ਬੰਦਾ ਪੁੱਛੇ ਵੀ ਕੌਣ ਚਲਾਉਂਦਾ, ਕਿੰਨੀ ਵੇਖੋ ਸੰਗਤ ਬੈਠੀ ਹੋਈ ਹੈ ਇੱਥੇ, ਮਤਲਬ ਕੋਈ ਰਹਿ ਰਿਹਾ ਹੈ, ਕੋਈ ਵਸ ਰਿਹਾ ਹੈ। ਵਸਦੇ ਘਰਾਂ 'ਚ ਪ੍ਰਾਹੁਣੇ ਜਾਂਦੇ ਨੇ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਇਆ ਰੈਣ ਸੁਭਾਈ। ਮੜੀਆਂ 'ਚ ਕੋਈ ਜਾਂਦਾ ਦੱਸੋ? ਕਬਰਾਂ 'ਤੇ ਕੋਈ ਜਾਂਦਾ? ਸ਼ਮਸ਼ਾਨ ਭੂਮੀ ਵਿੱਚ ਕਿਤੇ ਕੋਈ ਬੰਦਾ ਵੇਖਿਆ ਜੇ? ਰਾਤ ਨੂੰ ਉੱਥੋਂ ਬੰਦਾ ਲਾਗੋਂ ਦੀ ਨਹੀਂ ਲੰਘ ਸਕਦਾ। ਇੱਥੇ ਸਾਰੀ ਸਾਰੀ ਰਾਤ ਸੰਗਤਾਂ ਵੇਖੋ ਜੈਕਾਰੇ ਛੱਡਦੇ ਰਹਿੰਦੀਆਂ। ਜੇ ਉਹਨਾਂ ਸੰਗਤਾਂ ਵੱਲ ਬੰਦਾ ਕੋਈ ਵੇਖ ਕੇ ਪੁੱਛੇ ਵੀ ਇਹ ਕਿਹਦੇ ਘਰ ਦੇ ਵਿੱਚ ਆਏ ਨੇ, ਇੱਥੇ ਰਹਿ ਕੌਣ ਰਿਹਾ ਹੈ? ਹੁਣ ਮੈਂ ਵੀ ਪ੍ਰਾਹੁਣਾ, ਤੁਸੀਂ ਵੀ ਪ੍ਰਾਹੁਣੇ ਹੋ, ਸਾਰੇ ਆਪਾਂ ਬਾਹਰੋਂ ਆਏ ਹਾਂ। ਅਕਸਰ ਇੱਥੇ ਕੋਈ ਰਹਿ ਰਿਹਾ, ਸੰਗਤਾਂ ਵੱਲ ਵੇਖ ਕੇ ਹੀ ਮਹਿਸੂਸ ਹੁੰਦਾ ਨਾ ਵੀ ਇੱਥੇ ਜਿਹੜੀਆਂ ਰੌਣਕਾਂ ਲੱਗੀਆਂ ਨੇ, ਇੰਨਾ ਕੁਛ ਹੋ ਰਿਹਾ, ਇਹਦਾ ਕੋਈ ਮਾਲਕ ਹੋਏਗਾ, ਇੱਥੇ ਕੋਈ ਰਹਿਣ ਵਾਲਾ ਹੈ। ਸੋ ਸਭ ਦਾ ਮਾਲਕ ਜਿਹੜਾ ਉਹ ਪਰਮਾਤਮਾ ਹੈ। ਗੋਡ ਇਜ਼ ਵਨ। ਪਰਮਾਤਮਾ, ਅੱਲਾਹ ਤਾਲਾ, ਖੁਦਾ, ਵਾਹਿਗੁਰੂ, ਰਾਮ, ਰਹੀਮ, ਜੋ ਵੀ ਤੁਸੀਂ ਕਹਿੰਦੇ ਹੋ। ਤੇ 2 ਨੰਬਰ ਦੇ ਜਿਨ੍ਹਾਂ ਨੇ ਉਹਨਾਂ ਦੀਆਂ ਖੁਸ਼ੀਆਂ ਲਈਆਂ, ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਔਰ ਉਹਨਾਂ ਦੇ ਸਾਥੀ ਸ਼ਹੀਦ ਸਿੰਘਾਂ ਦਾ ਸ਼ਹੀਦੀ ਅਸਥਾਨ, ਔਰ ਕਿਤੇ ਵੀ ਨਹੀਂ ਗਏ ਹੋਏ,
ਉਹ ਹਮੇਸ਼ਾ ਇੱਥੇ ਹੀ ਰਹਿ ਰਹੇ ਹਨ। ਪਾਤਸ਼ਾਹ ਜੀ ਦਾ ਵਚਨ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮ੍ਰਿਥੀ ਆਪਣਾ ਬਿਨਸੈ ਸਭ ਮੰਦਾ। ਸਭ ਕੁਝ ਉੱਥੇ ਬੁਰਾ ਪ੍ਰਭਾਵ ਖਤਮ ਹੋ ਜਾਂਦਾ, ਉੱਥੇ ਰੌਣਕਾਂ ਲੱਗ ਜਾਂਦੀਆਂ ਨੇ। ਇਸ ਲਈ ਬਦਹੋ ਕੀ ਨਾ ਹੋੜ ਮਾਧੋ ਮੋਸਿਓ, ਇਹ ਮਾਧੋ ਮੇਰੇ ਨਾਲ ਵਿਚਾਰ ਕਰਕੇ ਵੇਖ ਲੈ, ਇਹ ਗੱਲ ਸੱਚੀ ਹੈ ਕਿ ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਭਰਿਓ ਹੈ ਤੋ ਸਿਓ। ਇਹ ਜਗਤ ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, ਕਿਉਂਕਿ ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ ਦੀ ਪੀੜ੍ਹੀ ਚੱਲਦੀ ਹੈ। ਭਾਵ ਜੇ ਮਾਲਕ ਹੋਵੇਗਾ ਤਾਂ ਹੀ ਉਹਦਾ ਕੋਈ ਸੇਵਕ ਬਣ ਸਕਦਾ, ਤੇ ਜੇ ਸੇਵਕ ਹੋਵੇਗਾ ਤੇ ਉਸ ਦਾ ਕੋਈ ਮਾਲਕ ਵੀ ਅਖਵਾ ਸਕੇਗਾ। ਜੇ ਸੇਵਕ ਹੀ ਨਹੀਂ ਹੈ ਤੇ ਮਾਲਕ ਕੌਣ ਆਖੂਗਾ? ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਜਥੇਦਾਰ ਕੌਣ ਹੁੰਦਾ? ਜੇ ਜਥਾ ਹੀ ਨਹੀਂ ਤੇ ਜਥੇਦਾਰ ਕੌਣ ਆਖੂਗਾ? ਜਥਾ ਹੈ ਤਾਂ ਹੀ ਜਥੇਦਾਰ ਹੈ। ਤੇ ਜਿਸ ਫੌਜ ਦਾ ਜਥੇਦਾਰ ਨਹੀਂ, ਉਹ ਫੌਜ ਕਾਹਦੀ ਹੈ? ਉਹ ਆਪ ਹੁਦਰੀ ਹੈ, ਉਹਦੀ ਤਰੱਕੀ ਨਹੀਂ ਹੁੰਦੀ, ਉਹ ਜਿੱਤ ਨਹੀਂ ਸਕਦੀ। ਤੋ ਇਸ ਵਾਸਤੇ ਇਹ ਮਹਾਰਾਜ ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਨੌਕਰ ਹਾਂ, ਸੇਵਾਦਾਰ। ਤੇਰੀ ਕਿਰਪਾ ਦੇ ਨਾਲ ਹੀ ਸਾਡੀ ਪਹਿਚਾਣ ਹੈ, ਤੇ ਸੰਗਤ ਦੇ ਨਾਲ ਹੀ ਗੁਰੂ ਘਰ ਦੀ ਸੋਭਾ ਵਡਿਆਈ ਹੈ। ਜਲ ਤੇ ਤਰੰਗ, ਤਰੰਗ ਤੇ ਹੈ ਜਲ। ਜੇ ਪਾਣੀ ਹੈ ਤਾਂ ਹੀ ਲਹਿਰਾਂ ਉੱਠਦੀਆਂ ਨੇ, ਤੇ ਲਹਿਰਾਂ ਦੇ ਮਿਲਣ ਤੋਂ ਪਾਣੀ ਦੀ ਹਸਤੀ ਹੈ। ਕਹਿਣ ਸੁਣਨ ਕੋ ਦੂਜਾ, ਇਹ ਸਿਰਫ ਕਹਿਣ ਦੇ ਸੁਣਨੋਂ ਵੱਖੋ ਵੱਖ ਨੇ। ਭਾਵੇਂ ਸਿਰਫ ਕਹਿਣ ਮਾਤਰ ਗੱਲ ਹੈ ਕਿ ਪਾਣੀ ਹੈ ਤੇ ਲਹਿਰਾਂ ਨੇ। ਆਪੇ ਹੀ ਗਾਵੇ ਆਪੇ ਹੀ ਨਾਚੈ, ਆਪ ਬਜਾਵੇ ਧੂਰਾ। ਤੂੰ ਖੁਦ ਗਾਉਂਦਾ ਵੀ ਆਪ ਹੈ, ਨੱਚਦਾ ਕਿਰਿਆ ਵੀ ਆਪ ਕਰਦਾ, ਤੇ ਖੁਦ ਆਪ ਹੀ ਤੁਰਰੀ ਵਜਾਉਂਦਾ ਹੈ। ਕਹਿਤ ਨਾਮਦੇਵ ਤੂੰ ਮੇਰੋ ਠਾਕੁਰ, ਜਨ ਊਰਾ ਤੂੰ ਪੂਰਾ। ਨਾਮਦੇਵ ਜੀ ਕਹਿੰਦੇ ਨੇ, ਇਹ ਮਾਧੋ ਮੇਰਾ ਤਾਂ ਮਾਲਕ ਤੂੰ ਹੀ ਹੈ। ਇਹ ਠੀਕ ਹੈ ਕਿ ਮੈਂ ਤੇਰਾ ਦਾਸ, ਤੇ ਤੂੰ ਬਹੁਤ ਛੋਟਾ ਹੈ ਤੇ ਤੂੰ ਮੁਕੰਮਲ ਹੈ, ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਗਾ? ਸੋ ਮੈਨੂੰ ਆਪਣਾ ਸੇਵਕ ਬਣਾਈ ਰੱਖ। ਹੇ ਵਾਹਿਗੁਰੂ। ਹਰ ਜਨ ਤੇ ਜਾਪੈ, ਹਰੀ ਦੇ ਜਨ ਹਰੀ ਤੋਂ ਜਾਣੇ ਜਾਂਦੇ ਨੇ, ਤੇ ਜਨਾਂ ਤੋਂ ਹਰੀ ਜਾਣਿਆ ਜਾਂਦਾ। ਸੰਤਾਂ ਭਗਤਾਂ ਤੋਂ, ਸਿੱਖਾਂ ਸੇਵਕਾਂ ਤੋਂ ਗੁਰੂ ਮਹਾਰਾਜ ਦੀ ਜਾਣਕਾਰੀ ਮਿਲਦੀ ਹੈ ਕਿ ਇਹਨਾਂ ਦਾ ਕੋਈ ਗੁਰੂ ਸਮਰੱਥ ਹੈ। ਜਿੰਨੀ ਇਹਨਾਂ ਦੀ ਕਿਰਪਾ ਉਸ ਤਰ੍ਹਾਂ ਹੋ ਨਹੀਂ ਸਕਦੀ। ਜਿਵੇਂ ਭਾਈ ਮਰਦਾਨਾ ਸੀ, ਮਰਦਾਨਾ ਜੀ ਕਹਿਣ ਨੂੰ ਤਾਂ ਮਰਾਸੀ ਸੀਗਾ, ਤੇ ਪਰ ਜਦ ਗੁਰੂ ਸਾਹਿਬ ਦੀ ਸੰਗਤ ਕੀਤੀ, ਵੇਖੋ ਕਿੰਨਾ ਉਤਮ ਬਣ ਗਿਆ, ਰਬਾਬੀ ਸਿੱਖ ਅਖਵਾਇਆ। ਤੋ ਇੰਜ ਹਰ ਹਰ ਜਨ ਦੀ ਏਕ ਹੈ, ਬੇਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਦੱਖਣੇ ਮਹਲਾ ਪੰਜਵਾ। ਮਾਰੂ ਵਾਰ ਦੱਖਣੀ ਮਹੱਲਾ ਪੰਜਵਾਂ ਸਿਰਲੇਖ ਹੇਠ 9ਵਾਂ ਸ਼ਲੋਕ ਸਤਿਗੁਰੂ ਜੀ ਉਚਾਰਨ ਕਰਕੇ ਜਗਿਆਸੂ ਮੁਖ ਦੁਆਰਾ ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਨੇ। ਜਿਨਾ ਪਿਛੈ ਹੋ ਗਈ, ਅਗਿਆਨ ਕਾਲ ਵਿੱਚ ਜਿਨ੍ਹਾਂ ਦੇ ਪਦਾਰਥਾਂ ਦੇ ਪਿੱਛੇ ਮੇਰੀ ਬਿਰਤੀ ਗਈ ਸੀ, ਮੈਂ ਪਿਛੈ ਭੀ ਰਵਿਆਸ। ਹੁਣ ਗਿਆਨ ਕਾਲ ਵਿੱਚ ਉਹ ਪਦਾਰਥ ਮੇਰੇ ਮਗਰ ਮਗਰ ਉਹ ਵੀ ਰਮਦੇ ਤੁਰੇ ਫਿਰਦੇ ਹਨ। ਜਿਨ੍ਹਾਂ ਦੀ ਮੈਂ ਆਸੜੀ, ਜਿਨ੍ਹਾਂ ਸੰਬੰਧੀਆਂ ਦੀ ਮੈਨੂੰ ਪਹਿਲਾਂ ਆਸ ਲੱਗੀ ਰਹਿੰਦੀ ਸੀ, ਤਿਨਾਂ ਮਹੇਜੀ ਆਸ ਕਿ ਮੇਰੀ ਸਹਾਇਤਾ ਕਰਨਗੇ। ਹੁਣ ਤਿੰਨਾਂ ਨੂੰ ਮੇਰੀ ਆਸ ਲੱਗੀ ਰਹਿੰਦੀ ਹੈ ਕਿ ਮੇਰੀ ਮਦਦ ਕਰਨਗੇ। ਇਹ ਰੱਬ ਦੀ ਕੁਦਰਤ ਹੀ ਹੈ ਨਾ, ਭਗਵਾਨ ਦੀ ਕੁਦਰਤ ਹੈ। ਕਿੱਥੇ ਆਪਾਂ ਪੁੱਛਦੇ ਫਿਰਦੇ ਸੀਗੇ ਵੀ ਕੋਈ ਰਹਿਣ ਨੂੰ ਜਗ੍ਹਾ ਮਿਲੇ, ਕੁਝ ਖਾਣ ਨੂੰ ਮਿਲੇ, ਕਿੱਥੇ ਦੁਨੀਆ ਸਾਨੂੰ ਪੁੱਛਦੀ ਹੈ। ਤੋ ਇਸ ਵਾਸਤੇ ਮਹਾਰਾਜ ਦੀ ਕਿਰਪਾ ਦੀ ਨਿਸ਼ਾਨੀ ਹੋਈ ਹੈ ਨਾ, ਜਲ ਤੇ ਥਲ ਕਰ ਥਲ ਤੇ ਕੂਆ, ਕੋਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜੇ ਤੁਸੀਂ ਸੂਰਜ ਵੱਲ ਮੂੰਹ ਕਰਕੇ ਤੁਰੋਗੇ ਤੇ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਆਵੇਗਾ, ਤੇ ਜੇ ਸੂਰਜ ਵੱਲ ਪਿੱਠ ਕਰ ਲਈ ਪਰਛਾਵਾਂ ਅੱਗੇ ਅੱਗੇ,
ਤੇ ਤੁਸੀਂ ਮਗਰ ਮਗਰ ਇਉਂ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜਿਹੜੀ ਮਾਇਆ ਹੈ ਉਹ ਦਾਸੀ ਬਣ ਕੇ ਸੰਤਾਂ ਭਗਤਾਂ ਦੀ ਕਾਰ ਕਮਾਉਂਦੀ ਹੈ। ਚਰਨੀ ਲੱਗੇ ਤਾਂ ਮਹਿਲ ਪਾਵੇ, ਜੇ ਚਰਨੀ ਲੱਗਦੀ ਹੈ ਤਾਂ ਹੀ ਕਹਿੰਦੀ ਮੈਂ ਸਰੂਪ ਨੂੰ ਪਾਵਾਂਗੀ। ਤੇ ਪਹਿਲਾਂ ਮਾਇਆ ਮਾਇਆ ਕਰ ਮੋਏ, ਮਾਇਆ ਕਿਸੇ ਨਾ ਸਾਥ, ਹੰਸ ਚਲੇ ਉਠ ਡੁੰਮਣੋ ਮਾਇਆ ਭੁੱਲੀਆਤ। ਕਹੋ ਕਬੀਰ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਜਿੰਨਾ ਚਿਰ ਮਗਰ ਦੌੜਦੇ ਸੀ ਉਹਨਾਂ 'ਚ ਲੱਭਦੀ ਨਹੀਂ ਸੀ, ਜਦ ਉਹਨੇ ਤਿਆਗ ਦਿੱਤੀ ਹੈ ਤਾਂ ਹੁਣ ਚਰਨੀ ਆ ਕੇ ਪੈ ਗਈ ਹੈ। ਮਹੱਲਾ ਪੰਜਵਾ। ਮਾਇਆ ਤੇ ਜੀਵ ਦੀ ਪਕੜ ਨੂੰ ਗੁੜ ਤੇ ਮੱਖੀ ਦਾ ਦ੍ਰਿਸ਼ਟਾਂਤ ਦੇ ਕੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਉਚਾਰ ਰਹੇ ਨੇ। ਗਿੱਲੀ ਗਿੱਲੀ ਰੋਡੜੀ। ਅਸੀਂ ਮਾਝੇ ਵਿੱਚ ਰੋੜੀ ਕਹਿੰਦੇ ਹਾਂ, ਰੋੜੀ ਗੁੜ ਦੀ ਰੋੜੀ। ਜਿਹੜੇ ਮਾਲਵੇ ਦੇ ਗੁਰਮੁਖ ਨੇ ਉਹ ਕਹਿੰਦੇ ਨੇ ਭੇਲੀ, ਇੱਥੇ ਰੋਡੜੀ ਲਿਖਿਆ ਹੈ, ਗੱਲ ਇੱਕੋ ਹੀ ਹੈ। ਜਿਵੇਂ ਗੁੜ ਦੀ ਗਿੱਲੀ ਗਿੱਲੀ ਰੋਡੜੀ ਰੋੜੀ ਉੱਪਰ ਪਾਉਂਦੀ ਹੋਈ ਮੱਖੀ, ਭੌਦੀ ਭਾਵ ਭਾਵ ਆਈ। ਉਹ ਭੌਂ ਭੌਂ ਕੇ ਆਉਂਦੀ ਹੈ, ਬਾਰ ਬਾਰ ਗੁੜ ਦੇ ਉੱਪਰ ਬੈਠਦੀ ਹੈ। ਗੁੜ ਨੂੰ ਰੋੜੀ ਮੁਗਲ ਰਾਜ ਵੇਲੇ ਕਿਹਾ ਜਾਣ ਲੱਗਾ ਸੀ, ਕਿਉਂਕਿ ਮੁਗਲਾਂ ਨੇ ਗੁੜ ਸ਼ਬਦ ਉੱਪਰ ਪਾਬੰਦੀ ਲਾ ਦਿੱਤੀ ਸੀ ਕਿ ਗੁੜ ਸ਼ਬਦ ਕਹਿੰਦਿਆਂ ਗੁਰੂ ਕਿਹਾ ਜਾਂਦਾ। ਮੁਗਲਾਂ ਤੋਂ ਡਰਦਿਆਂ ਲੋਕਾਂ ਵਿੱਚ ਰੋੜੀ ਸ਼ਬਦ ਕਹਿਣਾ ਪ੍ਰਚਲਿਤ ਹੋਇਆ ਸੀਗਾ। ਇਹ ਵੀ ਇੱਕ ਵਿਚਾਰ ਹੈ। ਬੈਠੇ ਸੇ ਫਾਥਿਆ। ਜਿਹੜੀ ਵੀ ਮੱਖੀ ਉਸ ਗੁੜ ਦੀ ਰੋੜੀ ਉੱਪਰ ਬੈਠ ਜਾਂਦੀ ਹੈ ਉਹ ਉਸ ਵਿੱਚ ਫਸ ਜਾਂਦੀ ਹੈ। ਬਰੇ ਭਾਗ ਮਥਾ। ਅਤੇ ਜਿਸ ਮੱਖੀ ਦੇ ਮੱਥੇ ਦੇ ਭਾਗ ਚੰਗੇ ਲੇਖ ਨੇ ਉਹ ਬਚ ਜਾਂਦੀ ਹੈ। ਇਸੇ ਪ੍ਰਕਾਰ ਗਿੱਲੀ ਗਿੱਲੀ ਰੋਡੜੀ। ਇਹ ਮਾਇਆ ਰੂਪੀ ਗੁੜ ਦੀ ਰੋੜੀ ਗਿੱਲੀ ਹੈ, ਇਸ ਦੀ ਮੋਹਨ ਸ਼ਕਤੀ ਪ੍ਰਿਯਤਾ, ਇਸ ਦਾ ਗਿੱਲਪੁਣ ਹੈ। ਭੌਦੀ ਭਾਵ ਭਾਵ ਆਈ। ਸੋ ਇਹਦੇ ਉੱਪਰ ਜੀਵਰੂ ਮੱਖੀ ਵਿਦਨ ਖੇਦ ਕਰਮਾਂ ਰੂਪੀ ਖੰਭਾਂ ਨਾਲ ਭਰਮਦੀ ਹੋਈ ਭੌਂ ਭੌਂ ਕੇ ਭਾਗ ਮੁੜ ਮੁੜ ਜਨਮ ਧਾਰ ਕੇ ਆਉਂਦੀ ਜਾਂਦੀ ਹੈ। ਬੈਠੇ ਸੇ ਫਾਥਿਆ। ਜੋ ਜੀਵਰੂ ਮੱਖੀ ਇਸ ਮਾਇਆ ਦੇ ਆਨੰਦ ਨੂੰ ਮਾਣਨ ਲਈ ਉਸ ਵਿੱਚ ਬੈਠ ਜਾਂਦੀ, ਭਾਵ ਲੱਗ ਜਾਂਦੀ ਹੈ, ਉਹ ਮਾਇਆ ਵਿੱਚ ਹੀ ਫਸ ਜਾਂਦੀ ਹੈ। ਛੋਟੇ ਬੱਚਿਆਂ ਨੂੰ ਵੱਡੇ ਪੈਸਾ ਨਹੀਂ ਦਿੰਦੇ, ਮਾਇਆ ਨਹੀਂ ਦਿਖਾਉਂਦੇ। ਮਹਾਂਪੁਰਖ ਜਿੰਨਾ ਚਿਰ ਵਿਦਿਆਰਥੀ ਜੀਵਨ ਰਹਿੰਦਾ ਉਹਨਾਂ ਚਿਰ ਪੈਸੇ ਤੋਂ ਵਿਵਰਜਿਤ ਕਰਦੇ। ਭਾਈ ਜੇ ਤੁਸੀਂ ਵਾਜਾ ਸਿੱਖਣਾ, ਕੀਰਤਨ ਸਿੱਖਣਾ ਜਾਂ ਕਥਾ ਸਿੱਖਣੀ ਜਾਂ ਸੰਥਿਆ ਕਰਨੀ ਹੈ ਤੇ ਚੋਲਿਆਂ ਦੀਆਂ ਜੇਬਾਂ ਨਹੀਂ ਸਨ ਹੁੰਦੀਆਂ। ਜਿਸ ਬੰਦੇ ਨੂੰ ਪੈਸੇ ਦਾ ਮੋਹ ਪੈ ਗਿਆ ਉਹ ਸਿੱਖ ਨਹੀਂ ਸਕਦਾ, ਉਹ ਬਸ ਪੈਸੇ ਇਕੱਠੇ ਕਰੂਗਾ। ਤੋ ਇਸ ਲਈ ਜਿੰਨਾ ਚਿਰ 25 ਸਾਲ ਤੱਕ ਉਮਰ ਨਾ ਹੋਵੇ ਉਹਨਾਂ ਚਿਰ ਮਾਇਆ ਤੋਂ ਨਿਰਲੇਪ ਰਹਿ ਕੇ ਬ੍ਰਹਮਚਰਜ ਰੱਖਦੇ ਆ, ਵੱਧ ਤੋਂ ਵੱਧ ਵਿਦਿਆ ਪੜ੍ਹੇ। ਉਸ ਤੋਂ ਬਾਅਦ ਲੋੜ ਮੁਤਾਬਕ ਜਿਵੇਂ ਮਹਾਰਾਜ ਦੀ ਮੌਜ ਉਸ ਤਰ੍ਹਾਂ ਲੋੜ ਪੂਰੀ ਕਰਦਾ ਹੈ। ਤੇ ਬਜ਼ੁਰਗ ਹੋਇਆਂ ਤੋਂ ਆਪਦੇ ਧੀਆਂ ਪੁੱਤਾਂ ਨੂੰ ਦੇਖ ਕੇ ਤੇ ਆਪ ਸੇਵਾ ਸਿਮਰਨ 'ਚ ਫਿਰ ਲੱਗ ਜਾਏ। ਤੇ ਜੇ ਬੁੱਢੇ ਹੋਇਆਂ ਵੀ ਨਹੀਂ ਛੱਡਣਾ ਤੇ ਫਿਰ ਅਗਲਿਆਂ ਨੇ ਛੁਰਾਈ ਮਾਰਨਾ, ਮਾਫ ਕਰਨਾ। ਧੀ ਪੁੱਤ ਔਖੇ ਹੀ ਹੋਣਗੇ ਜੇ ਬਣਦਾ ਹਿੱਸਾ ਕੁਛ ਦਿੱਤਾ ਨਹੀਂ, ਆਪਦੀ ਜੇਬ 'ਚ ਹੀ ਰੱਖਿਆ। ਮਰਿਆਂ ਤੋਂ ਬਾਅਦ ਵੀ ਤਾਂ ਉਹਨਾਂ ਹੀ ਸਾਂਭਣਾ। ਜੇ ਪਹਿਲਾਂ ਹੀ ਵੰਡ ਦਿਓ ਤੇ ਆਪਦਾ ਦਿਮਾਗ ਥੋੜ੍ਹਾ ਹਲਕਾ ਰੱਖੋ, ਸੁਰਖਰੂ ਹੋਵੋ। ਇਸ ਵਾਸਤੇ ਆਪਦੀ ਜ਼ਿੰਮੇਵਾਰੀ ਜਿੰਨੀ ਆਪਾਂ ਵਧਾਵਾਂਗੇ ਵੱਧਦੀ ਜਾਏਗੀ, ਜਿੰਨੀ ਘਟਾਵਾਂਗੇ ਉਨੀ ਘਟਦੀ ਜਾਏਗੀ। ਇਸ ਲਈ ਜ਼ਿੰਮੇਵਾਰੀਆਂ ਸਿਰ ਪਾਉਣ ਦੀ ਬਜਾਏ ਘਟਾਉਣੀਆਂ ਚਾਹੀਦੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਵੀ ਜਿਹੜੀ ਮੱਖੀ ਗੁੜ 'ਚ ਫਸ ਗਈ, ਮੱਖੀ ਮਿੱਠਾ ਮਰਨਾ, ਮੱਖੀ ਦੀ ਮੌਤ ਮਿੱਠੇ ਦੇ ਉੱਪਰ ਹੀ ਹੁੰਦੀ ਹੈ। ਇਹ ਜਿਹੜਾ ਮਾਇਆ ਧਾਰੀ ਹੈ ਉਹਦੀ ਮੌਤ ਮਾਇਆ ਦੇ ਵਿੱਚ ਹੀ ਖਚਦ ਹੋਇਆ ਹੋਊਗੀ। ਮਾਇਆ ਧਾਰੀ ਅਤਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਹਨੂੰ ਸ਼ਬਦ ਕੀਰਤਨ ਕਿੱਥੇ ਚੰਗਾ ਲੱਗਦਾ। ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਸਮਝਾਈ ਸੀ ਵੀ ਪੈਸੇ ਨੂੰ ਹੱਥ ਨਹੀਂ ਲਾਉਣਾ ਜੇ ਤੂੰ ਕੀਰਤਨ ਕਰਨਾ, ਫਿਰ ਕੀਰਤਨ ਦਾ ਆਨੰਦ ਨਹੀਂ ਆਉਂਦਾ।
ਰਸ ਤਾਂ ਉਹਨਾਂ ਚਿਰ ਹੀ ਹੈ ਜੇ ਧਿਆਨ ਸ਼ਬਦ ਦੇ ਵਿੱਚ ਹੈ। ਜੇ ਪੈਸੇ ਚੁਟਕ ਗਿਆ ਫਿਰ ਰਸ ਗਿਆ। ਤੇ ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਮਾਖੀ ਰਾਮ ਕੀ ਤੂੰ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਬੈਠਾ, ਮਹਾਂ ਵਿਖਿਆ ਮਦ ਚਾਖੀ। ਤੂੰ ਮੱਖੀ ਹੈ, ਰੱਬ ਦੀ ਮੱਖੀ ਹੈ। ਜਿੱਥੇ ਦੁਰਗੰਧੀ ਹੁੰਦੀ ਉੱਥੇ ਤੂੰ ਬੈਠਦੀ ਹੈ। ਤੇ ਇਹ ਮਹਾਨ ਨਸ਼ੇ ਨੂੰ ਤੂੰ ਆਪ ਧਾਰਨ ਕਰਦੀ ਹੈ। ਨਸ਼ੇ 'ਚ ਮਸਤ ਹੋਈ ਹੋਈ ਹੈ। ਜੀਵ ਰੂ ਮੱਖੀ ਮਾਇਆ ਰੂਪੀ ਘੋੜ ਦੇ ਉੱਪਰ ਤੂੰ ਬੈਠ ਰਹੀ ਹੈ। ਜਾਂ ਮਾਇਆ ਨੂੰ ਵੀ ਮੱਖੀ ਆਖਿਆ ਹੈ। ਬਰੇ ਭਾਗ ਮਥਾਈ, ਜਿਨ੍ਹਾਂ ਗੁਰਮੁਖਾਂ ਦੇ ਮੱਥੇ ਦੇ ਭਾਗ ਚੰਗੇ ਨੇ ਉਹ ਸੰਸਾਰ ਸਮੁੰਦਰ ਵਿੱਚ ਰੁੜਨ ਤੋਂ ਬਚ ਗਏ ਹਨ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਇਸ ਮਹੱਲੇ ਵਿੱਚ ਭਾਗਾਂ ਵਾਲਿਆਂ ਦੇ ਲੱਛਣ ਦੱਸਦੇ ਨੇ। ਡਿਠਾ ਅਬ ਮਝਾਹੇ, ਮੈਂ ਸਾਰਿਆਂ ਦੇ ਹਿਰਦਿਆਂ ਜਾਂ ਸਾਰੀਆਂ ਥਾਵਾਂ ਦੇ ਵਿੱਚ ਉਸ ਪਰਮਾਤਮਾ ਨੂੰ ਵੇਖਣਾ ਕੀਤਾ ਹੈ। ਖਾਲੀ ਕੋਈ ਨਾ ਜਾਣੀਐ, ਉਸ ਤੋਂ ਬਿਨਾਂ ਕੋਈ ਵੀ ਥਾਂ ਖਾਲੀ ਨਹੀਂ ਜਾਣੀਦੀ ਹੈ। ਸਭ ਥਾਵਾਂ ਸਭ ਸਪੇਸਾਂ ਵਾਹਿਗੁਰੂ ਨਾਮ ਨਾਲ ਭਰੀਆਂ ਹੋਈਆਂ ਨੇ। ਲੈ ਸਖੀ ਭਾਗ ਮਥਾ, ਉਹਨਾਂ ਮਹਾਤਮਾ ਰੂਪ ਸਖੀਆਂ ਦੇ ਮੱਥੇ ਦੇ ਸ਼੍ਰੋਮਣੀ ਲੇਖ ਹਨ। ਜਿਨੀ ਮੇਰਾ ਸੱਜਣ ਰਾਵਿਆ, ਜਿਨ੍ਹਾਂ ਨੇ ਮੇਰੇ ਪਿਆਰੇ ਮਿੱਤਰ ਨੂੰ, ਮੇਰੇ ਪਿਆਰੇ ਮਿੱਤਰ ਦੇ ਆਨੰਦ ਨੂੰ ਮੰਨਣਾ ਕੀਤਾ ਹੈ। ਜਾਂ ਮੇਰੇ ਸੱਜਣ ਦੇ ਜਸ ਨੂੰ ਉਚਾਰਨਾ ਕੀਤਾ ਹੈ। ਔੜੀ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਓ ਢਾਡੀ ਦਰ ਗੁਣ ਗਾਵਦਾ, ਢਾਡੀ ਕਹਿੰਦੇ ਨੇ ਗੁਣ ਗਾਉਣ ਵਾਲਿਆਂ ਨੂੰ। ਜਦੋਂ ਕਿਸੇ ਦੇ ਪੁੱਤ ਦਾ ਵਿਆਹ ਹੁੰਦਾ ਤੇ ਮਰਾਸੀ ਆ ਕੇ ਗਾਉਣ ਗਾਉਂਦੇ ਨੇ, ਉਹਨਾਂ ਦਾ ਸਜਰਾ ਪੜ੍ਹਦੇ ਨੇ। ਦਾਦੇ ਪੜਦਾਦਿਆਂ ਤੋਂ ਲੈ ਕੇ ਲੱਖੜ ਦਾਦੇ ਸਾਰਿਆਂ ਦਾ ਨਾਂ ਲੈ ਕੇ। ਪੁਰਾਣੇ ਸਮਿਆਂ 'ਚ ਮਰਾਸੀ ਰਾਜਿਆਂ ਦੇ ਗਾਉਣ ਗਾਉਂਦੇ, ਰਾਜਿਆਂ ਦੇ ਸਜਰੇ ਪੜ੍ਹਦੇ, ਉਹਨਾਂ ਦੀ ਸ਼ੋਭਾ ਕਰਦੇ, ਉਹਨਾਂ ਦੀਆਂ ਵਾਰਾਂ ਗਾਉਂਦੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰੇ ਵਿੱਚ ਢਾਡੀ ਪੈਦਾ ਕੀਤੇ। ਨੱਥਾ ਤੇ ਅਬਦੁੱਲਾ ਢਾਡੀਆਂ ਤੋਂ ਵਾਰਾਂ ਸੁਣੀਆਂ। ਗੁਰਦੁਆਰੇ ਦੇ ਢਾਡੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਰੱਬ ਦੇ ਗੁਣ ਗਾਉਣੇ ਨੇ। ਇਹ ਉਹ ਸ਼੍ਰੋਮਣੀ ਕਮੇਟੀ ਵਿੱਚ ਢਾਡੀਆਂ ਦੀ ਪੋਸਟ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਨੀਚੇ ਢਾਡੀ ਸਿੱਖ ਜਿਹੜੇ ਢਾਡੀ ਜਥੇ ਨੇ ਉਹ ਗੁਰੂ ਮਹਾਰਾਜ ਦਾ ਇਤਿਹਾਸ, ਛੇਵੇਂ ਪਾਤਸ਼ਾਹ ਜੀ ਦੀ ਜੰਗ, ਕਲਗੀਧਰ ਜੀ ਦੇ ਜੰਗ ਉਹ ਗਾਉਂਦੇ ਨੇ, ਮਹਾਰਾਜ ਦੀ ਸ਼ੋਭਾ ਕਰਦੇ ਨੇ। ਢਾਡੀ ਨਾਮ ਹੈ ਜਸ ਗਾਉਣ ਵਾਲੀ ਦਾ। ਕਥਾ ਕੀਰਤਨ ਵੀ ਢਾਡੀ ਚਾਹੁੰਦਾ। ਹੇ ਮਹਾਰਾਜ, ਮੈਂ ਤੇਰੇ ਦਰ ਦਾ ਢਾਡੀ ਹਾਂ ਤੇ ਤੇਰੇ ਤੋਂ ਬਗੈਰ ਹੋਰ ਕਿਸੇ ਦੇ ਦੁਆਰੇ ਤੇ ਜਾ ਕੇ ਕੋਈ ਗਾਉਣ ਨਹੀਂ ਗਾਉਂਦਾ। ਗੁਰਦੁਆਰੇ ਦਾ ਵਾਜਾ ਹੈ, ਮਹਾਰਾਜ ਦੀ ਪੋਥੀ ਹੈ। ਇਹਨੂੰ ਕਿਸੇ ਬੰਦੇ ਅੱਗੇ ਪ੍ਰਕਾਸ਼ ਨਹੀਂ ਕਰਨਾ। ਗੁਰੂ ਸਾਹਿਬ ਦਾ ਪੀੜਾ ਹੈ, ਕਿਸੇ ਦੇਹਧਾਰੀ ਦੇ ਅੱਗੇ ਰੱਖ ਕੇ ਨਹੀਂ ਕਥਾ ਕਰਨੀ। ਆ ਜਿਹੜਾ ਵਾਜਾ ਕਿਸੇ ਬੰਦੇ ਦੇ ਅੱਗੇ ਰੱਖ ਕੇ ਨਹੀਂ ਉਹਦਾ ਗਾਉਣ ਗਾਉਣਾ ਹੈ। ਜਿਹੜੀ ਗੁਰਦੁਆਰੇ ਦੀ ਚੀਜ਼ ਹੈ ਗੁਰਦੁਆਰੇ ਹੀ ਵਰਤੀ ਜਾਊਗੀ, ਨਹੀਂ ਤਾਂ ਝੂਠੀ ਮੰਨੀ ਜਾਂਦੀ ਹੈ ਜਿਹੜੀ ਬਾਹਰ ਚਲੀ ਗਈ। ਤਾਂ ਇਸ ਵਾਸਤੇ ਉਹ ਬੰਦਾ ਨਹੀਂ, ਉਹ ਸਿੱਖ ਨਹੀਂ ਜਿਹੜਾ ਹਰੇਕ ਜਗ੍ਹਾ 'ਤੇ ਜਾ ਕੇ ਅਗਲੇ ਦਾ ਜਸ ਗਾਉਂਦਾ ਰਹੇ। ਗੁਰੂ ਮਹਾਰਾਜ ਦਾ ਨਿਯਮ ਹੈ ਕਿ ਗੁਰੂ ਦੀ ਹੀ ਮਹਿਮਾ ਕਰਨੀ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਖੋ, ਤੂੰ ਠਾਕੁਰ ਉਚ ਭਗਵਾਨਾ। ਗੁਰੂ ਘਰ ਦੇ ਰਾਗੀ, ਢਾਡੀ, ਪ੍ਰਚਾਰਕ, ਪਾਠੀ ਇਹਨੇ ਵੀ ਮੜੀ ਤੇ ਕਬਰ ਤੇ ਰੱਖ ਕੇ ਅਖੰਡ ਪਾਠ ਕਰੀ ਜਾਣ ਜਾਂ ਸੁਖਮਨੀ ਸਾਹਿਬ ਦਾ ਪਾਠ, ਬਿਲਕੁਲ ਨਹੀਂ। ਇਹਨੇ ਵੀ ਵਾਜਾ ਫੜ ਕੇ ਤੇ ਪੈਲਸਾਂ ਦੇ ਵਿੱਚ ਜਾਂ ਕਬਰ 'ਤੇ ਜਾ ਕੇ ਕੀਰਤਨ ਗਾਈ ਜਾਣ ਜਾਂ ਕਿਸੇ ਪੀਰ ਫਕੀਰ ਦੀ ਸਮਾਧ 'ਤੇ, ਬਿਲਕੁਲ ਨਹੀਂ। ਤਾਂ ਜਿਹੜਾ ਮਹਾਰਾਜ ਦਾ ਜਸ ਹੈ ਉਹ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ, ਉਹਦੇ ਸਨਮੁਖ ਬੈਠ ਕੇ ਕਰਨਾ ਹੈ। ਮਰਦਾਨੀ ਨੂੰ ਇੱਕੋ ਹੀ ਗੱਲ ਗੁਰੂ ਸਾਹਿਬ ਨੇ ਸਮਝਾਈ ਸੀ ਵੀ ਆ ਜਿਹੜੀ ਰਬਾਬ ਹੈ ਝੂਠੀ ਹੈ। ਸਿਰਫ ਆਪਾਂ ਇੱਕ ਪ੍ਰੈਕਟੀਕਲ ਕੀਤਾ, ਇਹਨੂੰ ਵਜਾ ਕੇ ਵੇਖਿਆ, ਉਹਨੂੰ ਤੈਨੂੰ ਵਜਾਉਣ ਦੀ ਜਾਚ ਆ ਗਈ, ਤੈਨੂੰ ਪਤਾ ਲੱਗ ਗਿਆ ਮੈਂ ਵਜਾ ਸਕਦਾ, ਇਹਨੂੰ ਵਾਪਸ ਕਰ ਦੇ।
ਇਹ ਝੂਠੀ ਰਬਾਬ ਜਿਹਦੇ ਤੇ ਰਾਜੇ ਮਹਾਰਾਜੇ ਦੇ ਗੁਣ ਗਾਏ ਨੇ ਗੁਰਦੁਆਰੇ ਨਹੀਂ ਚੱਲਦੀ। ਆਪਾਂ ਨਵੀਂ ਰਬਾਬ ਲਿਆਉਣੇ ਆ। ਤੂੰ ਜਾ ਬੇਬੇ ਜੀ ਕੋ 7.5 ਰੁਪਈਏ ਲੈ ਆ ਤੇ ਬਾਬਕ ਵਾਹਿਗੁਰੂ ਫਰੰਦਾ ਰਬਾਬੀ ਫਲਾਣੀ ਜਗ੍ਹਾ ਤੇ ਰਹਿੰਦਾ, ਤੂੰ ਉੱਥੇ ਚਲਾ ਜਾ। ਤੋ ਸਵਰਗਾਂ ਦੇ ਦੇਵਤਿਆਂ ਨੇ ਕਹਿੰਦੇ ਮਹਾਰਾਜ ਨੂੰ ਰਬਾਬ ਭੇਟਾ ਕੀਤੀ। ਪਾਸ਼ਾ ਕਹਿੰਦੇ ਸੁੱਚੀ ਰਬਾਬ ਤੇ ਬਾਣੀ ਗਾਉਣੀ ਹੈ, ਨਵੀਂ ਰਬਾਬ ਲੈ ਕੇ ਆਓ। ਤੇ ਮਰਦਾਨਿਆਂ ਅੱਜ ਤੋਂ ਬਾਅਦ ਕਿਸੇ ਦੇ ਘਰ ਅੱਗੇ ਜਾ ਕੇ ਸੋਹਲਿਆ ਨਹੀਂ ਗਾਉਣਾ, ਕਿਸੇ ਦਾ ਜਸ ਨਹੀਂ ਕਰਨਾ, ਕੀਰਤਨ ਕਰਨਾ ਤੇ ਰੱਬ ਦੀ ਬਾਣੀ ਦਾ ਕਰਨਾ ਤੇ ਕਰਨਾ ਗੁਰਦੁਆਰੇ ਹੈ। ਮੇਰੇ ਨਾਲ ਜ਼ਬਾਨ ਕਰ, ਮੇਰੇ ਨਾਲ ਵਾਅਦਾ ਕਰ ਵੀ ਕੀਰਤਨ ਦੀ ਦਾਤ ਤੈਨੂੰ ਦਿੱਤੀ ਹੈ, ਤੂੰ ਮੇਰੇ ਕੋਲ ਰਹਿ ਕੇ ਕੀਰਤਨ ਸੁਣਾਏਗਾ। ਇਹ ਸਾਡਾ ਜਿਹੜਾ ਕੰਮ ਹੈ ਇਹ ਹੁੰਦਾ ਹੀ ਗੁਰਦੁਆਰੇ ਹੈ, ਘਰ ਦੇ ਵਿੱਚ ਸ਼ੋਭਾ ਹੀ ਨਹੀਂ ਪਾਉਂਦਾ। ਇਸ ਵਾਸਤੇ ਗੁਰਦੁਆਰਾ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ। ਸੋ ਮਹਾਰਾਜ ਦੇ ਬਾਣੀ ਦੀ, ਗੁਰੂ ਸਾਹਿਬ ਦੀ ਬਾਣੀ ਦੀ ਇਹ ਮਹਾਰਾਜ ਦੇ ਘਰ ਦੇ ਵਿੱਚ ਹੀ ਸ਼ੋਭਾ ਵਡਿਆਈ ਹੈ। ਓ ਢਾਡੀ ਦਰ ਗੁਣ ਗਾਵਦਾ। ਇਹ ਮਹਾਰਾਜ ਤੇਰੇ ਸਤ ਸੰਗਤ ਰੂਪ ਦੁਆਰੇ ਵਿੱਚ ਮੈਂ ਤੇਰਾ ਜਸ ਗਾਉਣ ਵਾਲਾ ਹੋ ਕੇ ਤੇ ਤੇਰਾ ਜਸ ਗਾਉਣਾ ਕਰਦਾ, ਢਾਡੀ ਬਣ ਗਏ। ਏ ਹਰ ਪ੍ਰਭ ਭਾਵੈ। ਇਹ ਹਰੇ ਪਰੇ ਕਰਨ ਵਾਲੇ ਪਰਮੇਸ਼ਰ, ਜੇਕਰ ਤੈਨੂੰ ਭਾ ਜਾਵੇ ਤੂੰ ਸੁਣ ਨਾ ਕਰ। ਮੈਂ ਹਿਰਦੇ ਗਿਆਨ ਰੂਪ ਦਰ ਵਿੱਚ ਸਥਿਤ ਹੋ ਕੇ ਤੇਰੇ ਗੁਣ ਗਾਉਣਾ ਕਰਦਾ ਹਾਂ। ਅੱਜ ਕੱਲ੍ਹ ਲੋਕ ਆਪਦੀ ਮਸ਼ਹੂਰੀ ਵਾਸਤੇ, ਕਿਉਂਕਿ ਉਲਟੀ ਸਿੱਧੀ ਗੱਲ ਕਰੋ, ਕੋਈ ਨਾ ਕੋਈ ਗਾਉਣ ਗਾਓ ਤਾਂ ਹੀ ਮਸ਼ਹੂਰੀ ਮਿਲਦੀ ਹੈ। ਇਸ ਲਈ ਉਹ ਸ਼ਬਦ ਕੀਰਤਨ ਛੱਡ ਕੇ, ਮਹਾਰਾਜ ਦੀ ਸਾਖੀ ਛੱਡ ਕੇ ਤੇ ਦੁਨੀਆ ਦੇ ਸੋਹਲੇ ਗਾਉਣ ਲੱਗ ਪਏ। ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਦੇ ਗੁਣ ਗਾਉਣੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਕਾਇਦਾ ਹੁਕਮ ਕੀਤਾ ਗਿਆ ਕਿ ਜਿਹੜੇ ਗੁਰੂ ਘਰ ਦੇ ਰਾਗੀ ਢਾਡੀ ਪ੍ਰਚਾਰਕ ਹਨ ਉਹ ਕੇਵਲ ਸ਼ਬਦ ਕੀਰਤਨ ਕਰਨ, ਮਹਾਰਾਜ ਦੀ ਬਾਣੀ ਦੇ ਵਿੱਚੋਂ ਹੀ ਮਰਿਆਦਾ ਦੇ ਨਾਲ ਸਤਸੰਗਤ ਦੇ ਵਿੱਚ ਗੁਰੂ ਦੀ ਮਹਿਮਾ ਕਰਨ। ਕੋਈ ਕਵਿਤਾ ਨਹੀਂ ਪੜ੍ਹ ਸਕਦਾ ਹੈ। ਰੱਬ ਮੇਰਾ ਥਿਰ ਥਾਵਰੀ। ਇਹ ਮੇਰੇ ਪਰਮੇਸ਼ਰ ਇੱਕ ਤੂੰ ਹੀ ਟਿਕੇ ਰਹਿਣ ਵਾਲਾ ਸਥਿਤ ਰੂਪ ਹੈ। ਹੋਰ ਆਵੈ ਜਾਵੈ। ਹੋਰ ਸਾਰੀ ਸ੍ਰਿਸ਼ਟੀ ਆਉਂਦੀ ਜਾਂਦੀ ਜੰਮਦੀ ਮਰਦੀ ਰਹਿੰਦੀ ਹੈ। ਤੂੰ ਮੰਗਾ ਦਾਨ ਗੋਸਾਈਆ। ਇਹ ਮਾਲਕ ਪਰਮਾਤਮਾ ਮੈਂ ਤੇਰੇ ਪਾਸੋਂ ਉਹ ਦਾਨ ਮੰਗਦਾ ਜਿਤ ਭੁੱਖ ਲਹਿ ਜਾਵੈ। ਜਿਸ ਕਰਕੇ ਮੇਰੀ ਦੁਨੀਆ ਦੇ ਪਦਾਰਥਾਂ ਦੀ ਰਸਾਂ ਗਸਾਂ ਦੀ ਤ੍ਰਿਸ਼ਨਾ ਰੂਪ ਭੁੱਖ ਲੈ ਜਾਵੇ। ਰੱਬ ਜੀਓ ਦੇਵੋ ਦਰਸ਼ਨ ਆਪਣਾ। हे ਪਰਮੇਸ਼ਰ ਜੀਓ ਮੈਨੂੰ ਆਪ ਦਾ ਦਰਸ਼ਨ ਦੀਦਾਰ ਦੇਣਾ ਕਰੋ। ਅੰਮ੍ਰਿਤ ਵੇਲੇ ਉੱਠਦਿਆਂ ਸਾਰੀ ਮੈਂ ਤੇਰੇ ਮੱਥੇ ਲੱਗਾ, ਤੇਰੇ ਦਰਸ਼ਨ ਕਰਾਂ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਜਿਤ ਢਾਡੀ ਤ੍ਰਿਪਤ ਆਵੈ। ਜਿਸ ਕਰਕੇ ਮੈਨੂੰ ਢਾਡੀ ਜਸ ਗਾਉਣ ਵਾਲੇ ਨੂੰ ਤ੍ਰਿਪਤੀ ਆ ਜਾਵੇ ਜੀ। ਅਰਦਾਸ ਸੁਣੀ ਦਾਤਾਰ ਪ੍ਰਭ। ਇਸ ਪ੍ਰਕਾਰ ਪ੍ਰਾਰਥਨਾ ਕਰਨ ਤੋਂ ਦਾਤੇ ਪਰਮੇਸ਼ਰ ਨੇ ਮੇਰੀ ਅਰਦਾਸ ਬੇਨਤੀ ਸੁਣ ਲਈ ਹੈ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗੀ ਅੰਤਰ, ਗੁਰ ਨਾਨਕ ਕੀ ਵਡਿਆਈ। ਸੁਣਦਾ ਸਾਰਿਆਂ ਦੀ ਹੈ ਪਰ ਮੰਨਦਾ ਆਪਦੀ ਮਰਜ਼ੀ ਨਾਲ ਹੈ। ਢਾਡੀ ਕਾ ਮਹਿਲ ਬੁਲਾਵੈ। ਮੇਰੀ ਅਰਦਾਸ ਜਦ ਗੁਰੂ ਸਾਹਿਬ ਨੇ ਸੁਣੀ ਤੇ ਮੈਨੂੰ ਜਸ ਗਾਉਣ ਵਾਲੀ ਨੂੰ ਸਤ ਸੰਗਤ ਰੂਪੀ, ਸਰੂਪ ਰੂਪੀ, ਸੱਚਖੰਡ ਰੂਪੀ ਮਹੱਲ ਵਿੱਚ ਬੁਲਾਉਣਾ ਕੀਤਾ ਹੈ। ਉਸ ਤਰ੍ਹਾਂ ਆਪਾਂ ਬਾਹਰ ਭਟਕਦੇ ਫਿਰਦੇ ਸੀ। ਨਿਆਣਿਆਂ ਦਾ ਕੰਮ ਕੀ ਹੁੰਦਾ? ਗਰਮੀ ਸਾਈਕਲ ਫੜਨਾ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਮੁੜਕੋ ਮੁੜ ਕੇ ਐਵੇਂ ਫਜ਼ੂਲ ਦੀਆਂ ਖੇਡਾਂ ਖੇਡਦੇ ਰਹਿਣਾ। ਜਦੋਂ ਦੇ ਮਹਾਰਾਜ ਨੇ ਸਾਨੂੰ ਅੰਦਰ ਵਾੜਿਆ, ਸੇਵਾ ਦੇ ਵਿੱਚ ਲਾ ਕੇ, ਬਾਣੀ ਸੇਵਾ ਸਿਮਰਨ 'ਚ ਲਾ ਕੇ ਸਾਡਾ ਜਨਮ ਸੁਧਰ ਗਿਆ ਹੈ, ਮੂੰਹ ਮੱਥਾ ਸਵਾਰਿਆ ਗਿਆ। ਇਸ ਵਾਸਤੇ ਜਦੋਂ ਦਾ ਤੂੰ ਸਾਨੂੰ ਆਪਦੇ ਗੁਰਦੁਆਰੇ ਬੁਲਾਇਆ, ਆਪਦੇ ਕੋਲ ਬੁਲਾਇਆ, ਸਾਡੀ ਜੂਨ ਸੁਧਰ ਗਈ ਹੈ। ਉਸ ਤਰ੍ਹਾਂ ਜੂਨ ਮਾੜੀ ਸੀਗੀ,
करतूत पशु की मानस जात, लोग प्रचारा करे दिन रात। प्रभ देख दिया दुख भुख गई। फिर परमेश्वर दे दर्शन दिदारे करदियां जमन मरण आदि दा दुख ते रसां गसां आदि दी तृष्णा रूप भुख ही चली गई है। ढाडी का मंगण चित ना आवे। महाराज ने इन्ना दिता होया भी बेडां दे बैड सारे भरे होए ने कपड़ियां दे नाल, वंडिया भी नहीं मुकदे, बोझियां की सब लोड़ तो वध माया तेला धन पदार्थ रसोई ड्रमां दे ड्रम कणक दे कोई घाटा ही नहीं है। बस एक नाम दी घाट है, मन दी शांति दी घाट है। भटकना नहीं इंसान दी मुख दी, सहस खटे लाखो ठतावे तृप्त ना आवे, माया पाछे पावे, रज नहीं बंदे नूं आउंदा। ते पर मंगण दी जो रसां गसां दी तृष्णा रूप भुख ये महाराज दे दर्शन करदियां चली गई। फिर मैनू जस करन वाले नूं कुछ मंगना भी चेते नहीं आया है। गुरु कलगीधर महाराज दे 52 कवि सन, एक नूं हाथी ते चाड़ के माया तेला दे के ते उन्होंने आप दे घर भेजिया। वो राजे ने पुछया भी किहड़े देश दा राजा? कहते मैं तो कवि हाँ। सो गुरु गोबिंद सिंह साहब जी दे सेवक भी वेखो महाराज अमर की शोभा पाउंदे सन। सभे इच्छा पूरिया सारियां इच्छावां सतगुरु अर्जन देव जी कहंदे साडियां पूरियां हो गईयां ने। लग प्रभ कै पावै। जदों दे परमेश्वर दे चरनी लगे आ, चरनी लगन करके सभे इच्छा पूरियां ते ਜਾਂ ਪਾਇਆ ਅਗਮ ਅਪਾਰ। ਹਉ ਨਿਰਗੁਣ ਢਾਡੀ ਬਖਸ਼ਿਓ ਨਾ। ਮੈਂ ਸੀ ਤਾਂ ਗੁਣਾ ਤੋਂ ਹੀਣਾ, ਮੈਨੂੰ ਗੁਣਾ ਤੋਂ ਹੀਣੇ ਜਸ ਕਰਨ ਵਾਲੇ ਨੂੰ ਗੁਰੂ ਸਾਹਿਬ ਨੇ ਵਾਹਿਗੁਰੂ ਨੇ ਬਖਸ਼ ਲਿਆ। ਬਖਸ਼ੇ ਹੋਏ ਦੀ ਨਿਸ਼ਾਨੀ ਕੀ ਹੈ? ਇਹ ਹੰਕਾਰ ਨਹੀਂ ਹੈ, ਇਹ ਸੱਚਾ ਸੁੱਚਾ ਮਾਣ ਹੈ। यही निशानी है जो आप गुरु जी के चरणों च बैठे हुए हो। जिसनों बख्श लै है मेरे प्यारे सो जस तेरा गावे। आप कहते हैं ना भी साढ़े ते कृपा जी, कृपा जी बख्शिश है जी। कृपा की निशानी बख्शिश की निशानी ये है जिहड़ा महाराज का जस गाउणा है। जिन्होंने बख्श लैंदा उहदे कोलों आप दा जस गवाउंदा है। मैं सी तां गुणां तो हीणा ते पर मैनू जस करन वाले नूं महाराज ने बख्श लिया, क्योंकि आपदे चरणों में जगह देती है। प्रभ पुरख दे बावै, प्रभ पुरख वेदावै। पूर्ण परमेश्वर ने मैनू वेद आवै। दावे तो रहत कौन है? निमाणा। निमाणे मान करे तुद भावै, और खेती चक चक आवे जावे। मैं गरीब सच टेक तू मेरे सतगुर पूरे, मान निमाणे तू तनी तेरा परवासा। बिन साची अंडेक है सो जानो काचा। तो इस तरह मैनू दावे तो रहत निमाणे ते गुणा तो हीणे जस करन वाले नू वाहिगुरु जी ने बख्श लिया। मैनू गुणा तो हीणे जस करन वाले नू प्रभु ने बख्श लिया। उस पूर्ण प्रभु ने मैनू दावियां तो रहत कर दिता है। कबीर दावे दाजन होत है, निर्दावे रह नसंग। जो जन निर्दावे रहे सो गण इंद्र सो रंग। जिहड़ा दावियां दे विच है वो हमेशा सड़दा बलदा भुजदा रहिंदा। जिहड़ा दावे तो रहत हो जांदा वो सुरखरू हो जांदा है। तो इस वास्ते जिहदा आपदा हक है वो तो हक चाहिदा, पर जिहड़ा हक बनदा नहीं ਉਹਦੇ ਤੇ ਦਾਵਾ ਜਤਾਉਣਾ ਤ੍ਰਿਸ਼ਨਾ ਹੈ। ਜਿਹਦਾ ਹਿੱਸਾ ਬਣਦਾ ਉਹਨੂੰ ਦੇ ਕੇ ਪਰਾਈ ਅਮਾਨ ਕਿਉਂ ਰੱਖੀ ਹੈ? ਦਿੱਤੀ ਹੀ ਸੁਖ ਹੋਏ। ਪਰਾਈ ਚੀਜ਼ ਤੇ ਦਾਵਾ ਜਤਾਉਣਾ ਪਰੇਸ਼ਾਨੀ ਦੀ ਨਿਸ਼ਾਨੀ ਹੈ। ਤੋ ਜੇ ਪਰੇਸ਼ਾਨੀ ਤੋਂ ਰਹਿਤ ਹੋਣਾ ਤੇ ਪਰਾਈ ਅਮਾਨ ਨੂੰ ਦਿੱਤਿਆਂ ਹੀ ਸੁਖ ਹੋਵੇਗਾ। ਇਹ ਮਹਾਰਾਜ ਨੇ ਇਹ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ। अगे तो समत बख्शो। सबे इच्छा पूरिया लग प्रभ कै पावे। निर्गुण ढाडी बख्शियो न। प्रभ पुरख वेद आवे। वाहिगुरु जी का खालसा